कई साल पहला एक जंगल ਦੇ ਕੋਲ ਇੱਕ ਪੁਰਾਣੇ ਛੋਟੇ ਜਿਹੇ ਘਰ ਵਿੱਚ ਇੱਕ ਜਨਾਨੀ ਆਦਮੀ ਰਿਹਾ ਕਰਦੇ ਸੀ। ਉਹ ਬੜੇ ਖੁਸ਼ ਤੇ ਸ਼ਾਂਤੀਪੂਰਨ ਜੀਵਨ ਜੀ ਰਹੇ ਸੀ। ਬਸ ਕਮੀ ਇਹ ਸੀ ਕਿ ਉਹਨਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ। ਇੱਕ ਵਾਰ ਜਦ ਬੁੱਢੀ ਜਨਾਨੀ ਰਸੋਈ ਵਿੱਚ ਬਿਸਕੁਟਾਂ ਦਾ ਆਟਾ ਬਣਾ ਰਹੀ ਸੀ ਤਾਂ ਉਹਦਾ ਆਦਮੀ ਆਇਆ। ਭਗਵਾਨ ਅੱਜ ਤੂੰ ਕੀ ਬਣਾ ਰਹੀ ਹੈ? ਉਹ ਜੀ ਮੈਂ ਅੱਜ ਇੱਕ ਜਿੰਜਰ ਬ੍ਰੈਡ ਆਦਮੀ ਪਕਾ ਰਹੀ ਹਾਂ। ਬੁੱਢੀ ਔਰਤ ਨੇ ਆਟਾ ਗੁੰਨਿਆ ਤੇ ਜਿੰਜਰ ਬ੍ਰੈਡ ਆਦਮੀ ਦਾ ਆਕਾਰ ਦੇ ਦਿੱਤਾ। ਉਹ ਇਹਨੂੰ ਓਵਨ ਵਿੱਚ ਪਾਉਣ ਦੇ ਬਾਅਦ ਬਹਿ ਗਈ ਅਤੇ ਜਿੰਜਰ ਬ੍ਰੈਡ ਆਦਮੀ ਦੇ ਚੰਗੀ ਤਰ੍ਹਾਂ ਪਕਣ ਦਾ ਇੰਤਜ਼ਾਰ ਕਰਨ ਲੱਗੀ। ਜਦੋਂ ਜਿੰਜਰ ਬ੍ਰੈਡ ਆਦਮੀ ਦੇ ਚੰਗੀ ਤਰ੍ਹਾਂ ਪੱਕ ਜਾਣ ਦੀ ਖੁਸ਼ਬੂ ਪੂਰੀ ਰਸੋਈ ਵਿੱਚ ਫੈਲ ਗਈ ਤਾਂ ਉਹਨੇ ਆਪਣੇ ਓਵਨ ਦੇ ਦਸਤਾਨੇ ਪਾਏ ਤੇ ਜਿੰਜਰ ਬ੍ਰੈਡ ਆਦਮੀ ਨੂੰ ਬਾਹਰ ਕੱਢਿਆ। ਹੁਣ ਵਕਤ ਸੀ ਉਹਨੂੰ ਸਜਾਉਣ ਦਾ। ਉਹਨੇ ਕੈਂਡੀ ਦੀ ਮਦਦ ਨਾਲ ਉਹਦੀ ਪਿਆਰੀ ਜਿਹੀ ਨੱਕ ਤੇ ਕਿਸ਼ਮਿਸ਼ ਲਾ ਕੇ ਉਹਦੀਆਂ ਅੱਖਾਂ ਬਣਾਈਆਂ ਤੇ ਫਿਰ ਕਰੀਮ ਦੇ ਨਾਲ ਉਹਨੇ ਉਹਦੇ ਵਾਲ ਤੇ ਕੱਪੜੇ ਬਣਾਏ ਤੇ ਬਟਨਾਂ ਦੀ ਥਾਂ ਤੇ ਉਹਨੇ ਚੇਰੀ ਦੀ ਵਰਤੋਂ ਕੀਤੀ। ਆਪਣੀ ਬਣਾਈ ਹੋਈ ਰਚਨਾ ਨੂੰ ਵੇਖ ਕੇ ਉਹ ਕਹਿਣ ਲੱਗੀ, ਮੇਰਾ ਜਿੰਜਰ ਬ੍ਰੈਡ ਆਦਮੀ ਕਿੰਨਾ ਸੋਹਣਾ ਵੇਖ ਰਿਹਾ, ਪਰ ਮੈਨੂੰ ਲੱਗਦਾ ਹਾਲੇ ਵੀ ਕੁਝ ਕਮੀ ਹੈ। ਬੁੱਢੀ ਔਰਤ ਨੇ ਉਹਦੇ ਵੱਲ ਦੁਬਾਰਾ ਵੇਖਿਆ ਤੇ ਓਹ ਹਾਂ, ਇਹਦਾ ਮੂੰਹ ਬਣਾਉਣਾ ਤੇ ਮੈਂ ਭੁੱਲ ਹੀ ਗਈ। ਉਹਨੇ ਕਰੀਮ ਦੀ ਵਰਤੋਂ ਕਰਕੇ ਜਿੰਜਰ ਬ੍ਰੈਡ ਦੇ ਚਿਹਰੇ ਤੇ ਮੂੰਹ ਬਣਾਇਆ। ਹਾਂ, ਹੁਣ ਮੇਰਾ ਜਿੰਜਰ ਬ੍ਰੈਡ ਪੂਰਾ ਹੋ ਗਿਆ। ਉਸੇ ਪਲ ਕੁਝ ਅਜੀਬ ਘਟਨਾ ਘਟੀ। ਧੰਨਵਾਦ। ਪਰ ਇਹ ਕਿਵੇਂ ਹੋ ਸਕਦਾ ਹੈ? ਤੂੰ ਗੱਲ ਕਰ ਸਕਦਾ ਹੈ? ਜਿੰਜਰ ਬ੍ਰੈਡ ਆਦਮੀ ਅਚਾਨਕ ਖੜਾ ਹੋ ਗਿਆ ਤੇ ਉਹਨੇ ਭੱਜਣਾ ਸ਼ੁਰੂ ਕਰ ਦਿੱਤਾ। ਹਾਂਜੀ, ਮੈਂ ਦੌੜ ਵੀ ਸਕਦਾ ਹਾਂ। ਜਿੰਜਰ ਬ੍ਰੈਡ ਆਦਮੀ ਰਸੋਈ ਘਰ ਦੀ ਬੈਂਚ ਤੋਂ ਕੁਰਸੀ ਤੇ ਫਿਰ ਜ਼ਮੀਨ ਤੇ ਕੁੱਦ ਗਿਆ ਅਤੇ ਫਿਰ ਬਗੀਚੇ ਵੱਲੋਂ ਦਰਵਾਜ਼ੇ ਵੱਲ ਤੇਜ਼ ਦੌੜਨ ਲੱਗਾ। ਵਾਪਸ ਆ ਜਾ, ਵਾਪਸ ਆ ਜਾ, ਬੁੱਢੀ ਜਨਾਨੀ ਆਵਾਜ਼ਾਂ ਮਾਰਨ ਲੱਗੀ। ਜਿੰਜਰ ਬ੍ਰੈਡ ਗੱਲ ਕਰਦੇ ਹੋਏ ਦੌੜ ਰਿਹਾ ਸੀ। ਦੌੜੋ, ਤੁਸੀਂ ਜਿੰਨਾ ਦੌੜ ਸਕਦੇ ਹੋ ਦੌੜੋ, ਮੈਨੂੰ ਕੋਈ ਨਹੀਂ ਫੜ ਸਕਦਾ ਕਿਉਂਕਿ ਮੈਂ ਹਾਂ ਜਿੰਜਰ ਬ੍ਰੈਡ ਆਦਮੀ। ਬੁੱਢੀ ਜਨਾਨੀ ਬਗੀਚੇ ਵਿੱਚ ਗਈ ਤੇ ਜਿੰਜਰ ਬ੍ਰੈਡ ਦੇ ਪਿੱਛੇ ਭੱਜਣ ਲੱਗੀ। ਬੁੱਢੇ ਆਦਮੀ ਨੇ ਆਪਣੀ ਜਨਾਨੀ ਨੂੰ ਬਾਰੀ ਤੋਂ ਦੌੜਦੇ ਹੋਏ ਵੇਖਿਆ ਤਾਂ ਚਿল্ਲਾਇਆ, ਨਹੀਂ, ਤੂੰ ਕਿਉਂ ਭੱਜ ਰਹੀ ਹੈ? ਬੁੱਢੀ ਜਨਾਨੀ ਨੇ ਭੱਜਦੇ ਹੋਏ ਆਪਣੇ ਘਰ ਵਾਲੇ ਨੂੰ ਜਵਾਬ ਦਿੱਤਾ, ਮੇਰਾ ਜਿੰਜਰ ਬ੍ਰੈਡ ਆਦਮੀ ਭੱਜ ਗਿਆ, ਮੈਂ ਉਹਨੂੰ ਪਕੜਨ ਦੀ ਕੋਸ਼ਿਸ਼ ਕਰ ਰਹੀ ਹਾਂ। ਬੁੱਢਾ ਆਦਮੀ ਕੁਝ ਬੋਲ ਨਹੀਂ ਪਾ ਰਿਹਾ ਸੀ। ਬੁੱਢੀ ਜਨਾਨੀ ਦੌੜ ਰਹੀ ਸੀ ਪਰ ਜਿੰਜਰ ਬ੍ਰੈਡ ਆਦਮੀ ਇੰਨਾ ਤੇਜ਼ ਦੌੜ ਰਿਹਾ ਸੀ ਕਿ ਉਹਨੂੰ ਪਕੜਨਾ ਬਹੁਤ ਮੁਸ਼ਕਲ ਸੀ। ਕੁਝ ਦੇਰ ਬਾਅਦ ਜਿੰਜਰ ਬ੍ਰੈਡ ਆਦਮੀ ਇੱਕ ਖੇਤ ਵਿੱਚ ਪਹੁੰਚਿਆ। ਉਹਨੇ ਇੱਕ ਚਰਦੀ ਹੋਈ ਗਾਂ ਵੇਖੀ। ਹਾਂ, ਕਿੰਨਾ ਚੰਗਾ ਬਿਸਕਟ ਹੈ, ਮੈਨੂੰ ਉਹਨੂੰ ਫੜ ਕੇ ਖਾਣਾ ਚਾਹੀਦਾ ਹੈ। ਗਾਂ ਨੇ ਵੀ ਜਿੰਜਰ ਬ੍ਰੈਡ ਦੇ ਪਿੱਛੇ ਭੱਜਣਾ ਸ਼ੁਰੂ ਕੀਤਾ। ਰੁਕ, ਭੱਜ ਨਾ, ਮੈਂ ਤੈਨੂੰ ਨਹੀਂ ਖਾਵਾਂਗੀ। ਭੱਜੋ, ਹੋਰ ਤੇਜ਼ ਭੱਜੋ। ਉਹ ਬੁੜੀ ਜਨਾਨੀ ਵੀ ਮੈਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮੈਨੂੰ ਕੋਈ ਨਹੀਂ ਫੜ ਸਕਦਾ ਕਿਉਂਕਿ ਮੈਂ ਹਾਂ ਜਿੰਜਰ ਬ੍ਰੈਡ ਆਦਮੀ। ਬੁੱਢੀ ਔਰਤ ਤੇ ਉਹ ਗਾਂ ਜਿੰਜਰ ਬ੍ਰੈਡ ਆਦਮੀ ਦੇ ਪਿੱਛੇ ਭੱਜ ਰਹੇ ਸੀ ਅਤੇ ਇਸ ਵਾਰ ਇੱਕ ਸੂਅਰ ਨੇ ਜਿੰਜਰ ਬ੍ਰੈਡ ਆਦਮੀ ਨੂੰ ਵੇਖਿਆ। ਜਿੰਜਰ ਬ੍ਰੈਡ ਆਦਮੀ, ਮੇਰੇ ਮੂੰਹ 'ਚ ਪਾਣੀ ਆ ਗਿਆ, ਖੜ ਜਾ, ਮੈਂ ਵੀ ਤੈਨੂੰ ਫੜਾਂਗਾ। ਜਿੰਜਰ ਬ੍ਰੈਡ ਆਦਮੀ ਨੇ ਦੌੜਦੇ ਹੋਏ ਸੂਅਰ ਨੂੰ ਜਵਾਬ ਦਿੱਤਾ, ਭੱਜੋ ਜਿੰਨਾ ਤੇਜ਼ ਭੱਜ ਸਕਦੇ ਹੋ। ਉਹ ਬੁੜੀ ਔਰਤ ਤੇ ਉਹ ਗਾਂ ਵੀ ਮੈਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮੈਨੂੰ ਕੋਈ ਨਹੀਂ ਫੜ ਸਕਦਾ ਕਿਉਂਕਿ ਮੈਂ ਹਾਂ ਜਿੰਜਰ ਬ੍ਰੈਡ ਆਦਮੀ। ਜਦੋਂ ਉਹ ਦੌੜ ਰਹੇ ਸੀ, ਜਿੰਜਰ ਬ੍ਰੈਡ ਆਦਮੀ ਅੱਗੇ ਅਤੇ ਉਹਦੇ ਪਿੱਛੇ ਬੁੱਢੀ ਜਨਾਨੀ, ਗਾਂ ਤੇ ਸੂਅਰ ਦੌੜ ਰਹੇ ਸੀ। ਉਸੇ ਵੇਲੇ ਇੱਕ ਮੁਰਗੀ ਜੋ ਖਾਣਾ ਲੱਭ ਰਹੀ ਸੀ, ਉਹਨੇ ਜਿੰਜਰ ਬ੍ਰੈਡ ਆਦਮੀ ਨੂੰ ਵੇਖਿਆ। ਓਏ ਵਾਹ, ਇਹ ਤਾਂ ਮੇਰਾ ਦੁਪਹਿਰ ਦਾ ਖਾਣਾ ਹੈ। ਮੁਰਗੀ ਵੀ ਉਹਨਾਂ ਦੇ ਪਿੱਛੇ ਦੌੜਨ ਲੱਗੀ। ਤੂੰ ਜਿੰਨਾ ਤੇਜ਼ ਭੱਜ ਸਕਦਾ ਹੈ ਭੱਜ ਜਿੰਜਰ ਬ੍ਰੈਡ ਆਦਮੀ, ਮੈਂ ਤੈਨੂੰ ਪਕੜ ਲਵਾਂਗੀ। ਤੂੰ ਜਿੰਨਾ ਤੇਜ਼ ਭੱਜ ਸਕਦਾ ਹੈ ਭੱਜ ਲੈ। ਬੁੜੀ ਜਨਾਨੀ, ਗਾਂ ਤੇ ਸੂਰ ਵੀ ਮੈਨੂੰ ਨਹੀਂ ਫੜ ਸਕਦਾ। ਤੂੰ ਵੀ ਮੈਨੂੰ ਨਹੀਂ ਫੜ ਸਕੇਗਾ, ਕੋਈ ਵੀ ਨਹੀਂ, ਕਿਉਂਕਿ ਮੈਂ ਹਾਂ ਜਿੰਜਰ ਬ੍ਰੈਡ ਆਦਮੀ। ਸਭ ਤੋਂ ਅੱਗੇ ਜਿੰਜਰ ਬ੍ਰੈਡ ਆਦਮੀ, ਉਹਦੇ ਪਿੱਛੇ ਬੁੱਢੀ ਜਨਾਨੀ, ਗਾਂ, ਸੂਅਰ ਅਤੇ ਮੁਰਗੀ ਦੌੜ ਰਹੇ ਸੀ। ਸਾਰੇ ਦੌੜ ਰਹੇ ਸੀ ਪਰ ਜਿੰਜਰ ਬ੍ਰੈਡ ਆਦਮੀ ਸਭ ਤੋਂ ਤੇਜ਼ ਦੌੜ ਰਿਹਾ ਸੀ। ਜਿੰਜਰ ਬ੍ਰੈਡ ਆਦਮੀ ਬਹੁਤ ਖੁਸ਼ ਸੀ ਅਤੇ ਉਹਨੂੰ ਖੁਦ ਤੇ ਕਮਾਂਡ ਹੋ ਰਿਹਾ ਸੀ। ਮੈਂ ਦੁਨੀਆ ਵਿੱਚ ਸਭ ਤੋਂ ਤੇਜ਼ ਅਤੇ ਗਤੀਮਾਨ ਜਿੰਜਰ ਬ੍ਰੈਡ ਆਦਮੀ ਹਾਂ। ਜੀ ਹਾਂ, ਮੈਂ ਹੀ ਹਾਂ, ਮੈਨੂੰ ਕੋਈ ਨਹੀਂ ਫੜ ਸਕਦਾ ਕਿਉਂਕਿ ਮੈਂ ਹਾਂ ਜਿੰਜਰ ਬ੍ਰੈਡ ਆਦਮੀ।
ਜਦੋਂ ਜਿੰਜਰਬ੍ਰੈਡ ਆਦਮੀ ਨੇ ਅੱਗੇ ਵੇਖਿਆ ਤਾਂ ਸਾਹਮਣੇ ਇੱਕ ਨਦੀ ਸੀ ਅਤੇ ਉਹ ਰੁਕ ਗਿਆ ਕਿਉਂਕਿ ਉਹ ਜਾਣਦਾ ਸੀ ਕਿ ਪਾਣੀ ਉਸ ਨੂੰ ਪਿਘਲਾ ਸਕਦਾ ਸੀ। ਓਹੋ, ਹੁਣ ਕੀ ਕਰਾਂ ਮੈਂ? ਬੁੱਢੀ ਜਨਾਨੀ, ਗਾਂ, ਸੂਅਰ ਅਤੇ ਮੁਰਗੀ ਨਜ਼ਦੀਕ ਆ ਗਏ ਸੀ। ਉਸੇ ਵੇਲੇ ਪੇੜ ਦੇ ਪਿੱਛੋਂ ਦੀ ਇੱਕ ਚਲਾਕ ਲੋਮੜ ਅੱਗੇ ਆਇਆ। ਮੈਨੂੰ ਤੈਰਨਾ ਆਂਦਾ ਹੈ, ਤੂੰ ਚਾਹਵੇਂ ਤਾਂ ਮੈਂ ਤੇਰੀ ਮਦਦ ਕਰ ਸਕਦਾ। ਜਿੰਜਰਬ੍ਰੈਡ ਆਦਮੀ ਨੇ ਇਹਦੇ ਬਾਰੇ ਵਿੱਚ ਸੋਚਿਆ। ਜੇ ਤੂੰ ਮੈਨੂੰ ਖਾ ਲਿਆ ਤਾਂ? ਤੂੰ ਚਿੰਤਾ ਨਾ ਕਰ, ਮੈਂ ਤੈਨੂੰ ਨਹੀਂ ਖਾਵਾਂਗਾ, ਬਸ ਤੈਨੂੰ ਨਦੀ ਪਾਰ ਕਰਾਉਣ 'ਚ ਮਦਦ ਕਰਾਂਗਾ। ਜਿੰਜਰਬ੍ਰੈਡ ਆਦਮੀ ਨੇ ਚਲਾਕ ਲੋਮੜ ਤੇ ਭਰੋਸਾ ਕੀਤਾ ਅਤੇ ਉਹਦੀ ਪੁੱਛ ਤੇ ਬਹਿ ਗਿਆ। ਜਿੰਨਾ ਹੋ ਸਕਿਆ ਉਹਨੇ ਉਹਨੂੰ ਕੱਸ ਕੇ ਫੜ ਲਿਆ। ਲੋਮੜ ਨਦੀ ਵਿੱਚ ਕੁੱਦ ਗਿਆ ਤੇ ਤੈਰਨ ਲੱਗਾ। ਹੁਣ ਤੱਕ ਬੁੱਢੀ ਜਨਾਨੀ, ਗਾਂ, ਸੂਅਰ ਤੇ ਮੁਰਗੀ ਵੀ ਨਦੀ ਕਿਨਾਰੇ ਪਹੁੰਚ ਗਏ ਸੀ। ਉਹਨਾਂ ਨੇ ਵੇਖਿਆ ਕਿ ਜਿੰਜਰਬ੍ਰੈਡ ਆਦਮੀ ਲੋਮੜ ਦੇ ਉੱਤੇ ਬੈਠਿਆ ਪਾਰ ਜਾ ਰਿਹਾ ਹੈ। ਉਹ ਬੇਬਸ ਹੋਏ ਉਹਨੂੰ ਜਾਂਦਾ ਹੋਇਆ ਵੇਖ ਰਹੇ ਸੀ, ਇਹ ਜਾਣ ਕੇ ਕਿ ਹੁਣ ਉਹਨੂੰ ਪਕੜ ਨਹੀਂ ਸਕਣਗੇ। ਉਹ ਲੋਮੜੀ, ਆਪਣੀ ਪੁੱਛ ਉੱਤੇ ਰੱਖ, ਮੈਂ ਸਾਰਾ ਗਿੱਲਾ ਹੋ ਗਿਆ। ਮੇਰੀ ਪਿੱਠ ਤੇ ਆ ਜਾ, ਉਹ ਜਗ੍ਹਾ ਸੁਰੱਖਿਅਤ ਹੈ। ਜਿੰਜਰਬ੍ਰੈਡ ਆਦਮੀ ਉਹਦੀ ਪਿੱਠ ਤੇ ਸਰਕ ਗਿਆ। ਉਹ ਥੋੜੀ ਦੇਰ ਤੈਰਦੇ ਰਹੇ, ਪਰ ਜਿਵੇਂ ਜਿਵੇਂ ਪਾਣੀ ਗਹਿਰਾ ਹੁੰਦਾ ਗਿਆ, ਲੋਮੜ ਦੀ ਪਿੱਠ ਵੀ ਪਾਣੀ ਵਿੱਚ ਡੁੱਬਣ ਲੱਗੀ। ਮੈਨੂੰ ਡਰ ਹੈ ਤੂੰ ਗਿੱਲਾ ਨਾ ਹੋ ਜਾਵੇਂ। ਤੂੰ ਮੇਰੇ ਸਿਰ ਤੇ ਕਿਉਂ ਨਹੀਂ ਬਹਿ ਜਾਂਦਾ? ਉਹ ਥੋੜਾ ਹੋਰ ਉੱਚਾ ਹੈ। ਜਿੰਜਰਬ੍ਰੈਡ ਆਦਮੀ ਉਹਦੇ ਸਿਰ ਤੇ ਚੜ ਗਿਆ। ਲੋਮੜ ਨੇ ਆਪਣੀ ਯੋਜਨਾ ਨੂੰ ਸਿਰੇ ਚੜਾਇਆ ਤੇ ਉਹਦਾ ਸਿਰ ਪਾਣੀ ਵਿੱਚ ਡੁਬੋ ਦਿੱਤਾ। ਪਾਣੀ ਬਹੁਤ ਵੱਧ ਗਿਆ ਹੈ, ਤੂੰ ਮੇਰੀ ਨੱਕ ਤੇ ਕਿਉਂ ਨਹੀਂ ਬਹਿ ਜਾਂਦਾ? ਉਹ ਥੋੜਾ ਹੋਰ ਉੱਚਾ ਹੈ। ਤਾਂ ਜਿੰਜਰਬ੍ਰੈਡ ਆਦਮੀ ਲੋਮੜ ਦੇ ਨੱਕ ਤੇ ਬਹਿ ਗਿਆ। ਜਿਵੇਂ ਹੀ ਉਹ ਕਿਨਾਰੇ ਤੇ ਪਹੁੰਚਣ ਵਾਲੇ ਸੀ, ਲੋਮੜ ਨੇ ਜਿੰਜਰਬ੍ਰੈਡ ਆਦਮੀ ਨੂੰ ਨੱਕ ਤੋਂ ਉਛਾਲ ਕੇ ਆਪਣਾ ਮੂੰਹ ਖੋਲ੍ਹਿਆ। ਜਿੰਜਰਬ੍ਰੈਡ ਆਦਮੀ ਉਹਦੇ ਮੂੰਹ 'ਚ ਡਿੱਗਣ ਵਾਲਾ ਸੀ ਅਤੇ ਲੋਮੜ ਉਹਨੂੰ ਖਾਣ ਵਾਲਾ ਸੀ, ਪਰ ਇਹ ਨਹੀਂ ਹੋ ਸਕਿਆ। ਜਦ ਜਿੰਜਰਬ੍ਰੈਡ ਆਦਮੀ ਹਵਾ ਵਿੱਚ ਸੀ ਤਾਂ ਉੱਪਰੋਂ ਦੀ ਕਾਂ ਉੱਡ ਰਿਹਾ ਸੀ। ਉਹਨੇ ਜਿੰਜਰਬ੍ਰੈਡ ਆਦਮੀ ਨੂੰ ਆਪਣੀ ਚੁੰਝ ਵਿੱਚ ਫੜ ਲਿਆ। ਜਿੰਜਰਬ੍ਰੈਡ ਆਦਮੀ ਨੇ ਕਾਂ ਨੂੰ ਥੋੜਾ ਹੋਰ ਅੱਗੇ ਤੱਕ ਉੱਡਣ ਦਿੱਤਾ, ਫਿਰ ਪੁੱਛਿਆ, ਕਾਂ ਅਦਰਕ ਦਾ ਬਿਸਕੁਟ ਖਾਂਦੇ ਨੇ? ਕਾਂ ਕਾਂ ਜਿਵੇਂ ਹੀ ਕਾਂ ਨੇ ਬੋਲਣ ਦੇ ਲਈ ਆਪਣੀ ਚੁੰਝ ਖੋਲੀ, ਜਿੰਜਰਬ੍ਰੈਡ ਆਦਮੀ ਥੱਲੇ ਡਿੱਗ ਪਿਆ ਅਤੇ ਉਹਦੇ ਤੋਂ ਜਿੰਨਾ ਹੋ ਸਕਿਆ ਤੇਜ਼ ਭੱਜਣ ਲੱਗਾ। ਯਾ, ਤੂੰ ਜਿੰਨਾ ਤੇਜ਼ ਭੱਜ ਸਕਦਾ ਹੈ ਭੱਜ ਲੈ। ਬੁੜੀ ਜਨਾਨੀ, ਗਾਂ, ਸੂਅਰ, ਮੁਰਗਾ ਤੇ ਲੋਮੜੀ ਨੇ ਵੀ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਫੜ ਸਕੇ ਕਿਉਂਕਿ ਮੈਂ ਹਾਂ ਜਿੰਜਰਬ੍ਰੈਡ ਆਦਮੀ। ਜਿੰਜਰਬ੍ਰੈਡ ਆਦਮੀ ਭੱਜਦਾ ਰਿਹਾ ਅਤੇ ਕਦੀ ਰੁਕਿਆ ਨਹੀਂ। ਜੇ ਜਿੰਜਰਬ੍ਰੈਡ ਆਦਮੀ ਭੱਜਦੇ ਹੋਏ ਤੁਹਾਡੇ ਤੋਂ ਅੱਗੇ ਨਿਕਲ ਜਾਵੇ ਤਾਂ ਉਹਨੂੰ ਫੜਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਉਹ ਜਿੰਜਰਬ੍ਰੈਡ ਆਦਮੀ ਹੈ ਅਤੇ ਕੋਈ ਵੀ ਉਹਨੂੰ ਫੜਨ ਦੀ ਹਿੰਮਤ ਨਹੀਂ ਕਰ ਸਕਦਾ। ਕਈ ਸਾਲ ਪਹਿਲਾਂ ਸਾਡੇ ਘਰ ਤੋਂ ਕੁਝ ਹੀ ਦੂਰ ਇੱਕ ਡਾਰਲਿੰਗ ਪਰਿਵਾਰ ਰਹਿੰਦਾ ਸੀ। ਉਹਨਾਂ ਦੇ ਪਰਿਵਾਰ ਵਿੱਚ 3 ਬੱਚੇ ਸਨ। ਉਹਨਾਂ ਦੇ ਨਾਮ ਸੀ ਜੈਨ, ਮਾਈਕਲ ਤੇ ਵੈਂਡੀ। ਵੈਂਡੀ ਹਮੇਸ਼ਾ ਆਪਣੀ ਮਾਂ ਨੂੰ ਦੱਸਦੀ ਸੀ ਕਿ ਕਿਸ ਤਰ੍ਹਾਂ ਨਾਲ ਪੀਟਰ ਪੈਨ ਉਹਨਾਂ ਦੇ ਕਮਰੇ ਵਿੱਚ ਬੰਸਰੀ ਵਜਾਉਂਦਾ ਸੀ। ਉਹਦੀ ਮਾਂ ਹਮੇਸ਼ਾ ਉਹਨੂੰ ਕਹਿੰਦੀ ਕਿ ਇਹ ਸਭ ਉਹਦੀ ਕਲਪਨਾ ਹੈ, ਪਰ ਕੁਝ ਕਰ ਨਾ ਸਕੀ। ਪਰ ਕਮਰੇ ਵਿੱਚ ਪੱਤੇ ਵੀ ਵਿਖਦੇ ਸੀ ਜੋ ਉਹਨੂੰ ਉਲਝਣ ਵਿੱਚ ਪਾ ਦਿੰਦੇ ਸੀ। ਵੈਂਡੀ ਹਮੇਸ਼ਾ ਕਹਿੰਦੀ ਸੀ ਕਿ ਪੱਤੇ ਪੀਟਰ ਪੈਨ ਤੋਂ ਡਿੱਗਦੇ ਨੇ। ਇੱਕ ਰਾਤ ਜਦੋਂ ਉਹਨਾਂ ਦੇ ਮਾਪਿਓ ਬਾਹਰ ਗਏ ਹੋਏ ਸੀ ਤੇ ਬੱਚਿਆਂ ਨੂੰ ਘਰ ਇਕੱਲਾ ਛੱਡ ਦਿੱਤਾ ਸੀ, ਤਾਂ ਜਦੋਂ ਉਹਨਾਂ ਨੂੰ ਨੀਂਦ ਆਈ ਤੇ ਉਹ ਸਾਰੇ ਸੌਂ ਗਏ, ਪੀਟਰ ਪੈਨ ਕਮਰੇ ਵਿੱਚ ਆਇਆ ਤੇ ਉਹਨਾਂ ਪੱਤਿਆਂ ਨੂੰ ਲੱਭਣ ਲੱਗਾ ਜੋ ਉੱਥੇ ਛੁੱਟ ਗਏ ਸੀ। ਉਸੇ ਵੇਲੇ ਵੈਂਡੀ ਜਾਗ ਗਈ। ਪੀਟਰ ਪੈਨ, ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਸੀ। ਤੁਸੀਂ ਅਸਲੀ ਹੋ, ਇਸ ਤੇ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੈ। ਵੈਂਡੀ ਨੇ ਪੀਟਰ ਨੂੰ ਪੱਤੇ ਵਾਪਸ ਕਰ ਦਿੱਤੇ ਜਿਨ੍ਹਾਂ ਨੂੰ ਉਹ ਪੀਟਰ ਦੇ ਲਈ ਲਕੋ ਰਹੀ ਸੀ। ਉਹਨੂੰ ਪੀਟਰ ਬਹੁਤ ਪਸੰਦ ਆਇਆ ਤੇ ਇਸ ਲਈ ਉਹਨੇ ਪੱਤੇ ਦੁਬਾਰਾ ਕੱਪੜਿਆਂ ਤੇ ਸੀ ਦਿੱਤੇ। ਵਿੰਡੀ, ਕੀ ਮੈਂ ਤੈਨੂੰ ਇੱਕ ਬਹਾਦਰੀ ਦੀ ਕਥਾ ਸੁਣਾ ਸਕਦਾ ਹਾਂ? ਮੈਂ ਕੋਈ ਸਾਹਸਕ ਕਹਾਣੀ ਨਹੀਂ ਸੁਣਨੀ ਹੈ। ਮੈਂ ਇੱਕ ਪੀਟਰ ਪੈਨ ਵਾਂਗ ਜੀਣਾ ਚਾਹੁੰਦੀ ਹਾਂ। ਉਸੇ ਵੇਲੇ ਪੀਟਰ ਦੀ ਛੋਟੀ ਦੋਸਤ ਪਰੀ ਟਿੰਕਰ ਬੈਲ ਖਿੜਕੀ ਤੋਂ ਅੰਦਰ ਆਈ। ਮੈਨੂੰ ਪਤਾ ਸੀ ਕਿ ਤੁਸੀਂ ਇੱਥੇ ਹੀ ਮਿਲੋਗੇ।
ਕਿ ਤੁਸੀਂ ਮੇਰੇ ਬਿਨਾਂ ਇੱਕ ਨਵੀਂ ਹਿੰਮਤ ਦੀ ਤਿਆਰੀ ਕਰ ਰਹੇ ਸੀ? ਤੂੰ ਜਾਣਦੀ ਹੈ ਕਿ ਤੇਰੇ ਬਿਨਾ ਮੇਰੇ ਲਈ ਕੁਝ ਕਰ ਪਾਣਾ ਸੌਖਾ ਨਹੀਂ ਹੈ। ਵੈਂਡੀ ਨੇ ਆਪਣੇ ਭਰਾ ਨੂੰ ਜਗਾਇਆ। ਉਹਨਾਂ ਨੇ ਪੀਟਰ ਪੈਨ ਤੇ ਟਿੰਕਰ ਬੈਲ ਨੂੰ ਹੈਰਾਨ ਹੋ ਕੇ ਵੇਖਿਆ। ਅੱਛਾ ਤਾਂ ਤੂੰ ਆਉਣ ਦੇ ਲਈ ਤਿਆਰ ਹੈ? ਟਿੰਕਰ ਬੈਲ ਨੇ ਪਰਾਂ ਤੋਂ ਧੂੜ ਝਟਕੀ ਤੇ ਬੰਦ ਕਰ ਲਏ ਤੇ ਉਹ ਹਵਾ ਵਿੱਚ ਤੈਰ ਗਏ। ਸਭ ਨੇ ਇਕੱਠਿਆਂ ਹੀ ਘਰ ਛੱਡਿਆ। ਲੰਮੇ ਸਫ਼ਰ ਤੋਂ ਬਾਅਦ ਉਹ ਨੈਵਰਲੈਂਡ ਪਹੁੰਚੇ ਅਤੇ ਉੱਥੇ ਉਹਨਾਂ ਨੂੰ ਮਿਲੇ ਜਲ ਪਰੀਆਂ, ਜੰਗਲੀ ਜਾਨਵਰ, ਇੰਡੀਅਨ ਸਮੁੰਦਰੀ ਡਾਕੂ ਤੇ ਗਵਾਚੇ ਹੋਏ ਮੁੰਡੇ ਵੀ ਉੱਥੇ ਸੀ। ਉਹਨਾਂ ਸਭ ਵਿੱਚੋਂ ਸਭ ਤੋਂ ਖਤਰਨਾਕ ਸੀ ਕੈਪਟਨ ਹੁੱਕ। ਕੈਪਟਨ ਹੁੱਕ ਪੀਟਰ ਪੈਨ ਦਾ ਦੁਸ਼ਮਣ ਸੀ। ਇਸ ਦੀ ਵਜ੍ਹਾ ਇਹ ਸੀ ਕਿ ਇੱਕ ਵਾਰ ਜਦੋਂ ਉਹ ਲੜ ਰਹੇ ਸੀ, ਪੀਟਰ ਨੇ ਉਹਦਾ ਹੱਥ ਕੱਟਿਆ ਸੀ ਅਤੇ ਇੱਕ ਵੱਡੇ ਮਗਰਮੱਛ ਨੇ ਉਹ ਖਾ ਲਿਆ ਸੀ। ਉਹਦੇ ਹੱਥ ਦੇ ਨਾਲ ਉਹਨੇ ਉਹਦੀ ਘੜੀ ਵੀ ਨਿਗਲ ਲਈ ਸੀ ਤੇ ਇਸ ਲਈ ਮਗਰਮੱਛ ਹਮੇਸ਼ਾ ਟਿਕ ਟਾਕ ਆਵਾਜ਼ਾਂ ਕਰਦਾ ਸੀ। ਇਸ ਕਰਕੇ ਕੈਪਟਨ ਹੁੱਕ ਨੂੰ ਹਮੇਸ਼ਾ ਪਤਾ ਚੱਲ ਜਾਂਦਾ ਸੀ ਕਿ ਮਗਰਮੱਛ ਨੇੜੇ ਹੀ ਹੈ, ਉਹਦੀ ਟਿਕ ਟਾਕ ਆਵਾਜ਼ ਦੀ ਵਜ੍ਹਾ ਕਰਕੇ। ਡੈਕ ਤੇ ਆਪਣੀ ਦੂਰਬੀਨ ਤੋਂ ਚਾਰੋਂ ਪਾਸੇ ਵੇਖਦੇ ਹੋਏ ਕਪਤਾਨ ਨੂੰ ਸਾਹਮਣੇ ਦੀ ਪਹਾੜੀ ਤੇ ਪੀਟਰ ਪੈਨ ਬੱਚਿਆਂ ਦੇ ਨਾਲ ਨਜ਼ਰ ਆਇਆ। ਉਹਨੇ ਉਸੇ ਵੇਲੇ ਆਦਮੀਆਂ ਨੂੰ ਤੋਪਾਂ ਵਿੱਚੋਂ ਅੱਗ ਵਰਸਾਉਣ ਦਾ ਹੁਕਮ ਦਿੱਤਾ। ਪੀਟਰ ਪੈਨ ਤੇ ਬੱਚਿਆਂ ਨੂੰ ਤੋਪਾਂ ਤੋਂ ਦੂਰ ਲੈ ਜਾਣਾ ਬਹੁਤ ਔਖਾ ਸੀ। ਟਿੰਕਰ ਬੈਲ, ਤੂੰ ਬੱਚਿਆਂ ਨੂੰ ਸੁਰੱਖਿਅਤ ਥਾਂ ਤੇ ਲੈ ਜਾ, ਮੈਂ ਹੁੱਕ ਨਾਲ ਨਿਪਟਦਾ। ਟਿੰਕਰ ਬੈਲ ਨੂੰ ਵੈਂਡੀ ਤੋਂ ਬਹੁਤ ਜਲਨ ਹੁੰਦੀ ਸੀ, ਇਸ ਕਰਕੇ ਉਹ ਉਹਨੂੰ ਪੀਟਰ ਪੈਨ ਤੋਂ ਦੂਰ ਰੱਖਣਾ ਚਾਹੁੰਦੀ ਸੀ। ਕੁਝ ਬਹਾਨਾ ਬਣਾ ਕੇ ਉਹ ਵੈਂਡੀ ਨੂੰ ਉੱਥੇ ਹੀ ਪਹਾੜੀ ਤੇ ਛੱਡ ਕੇ ਜੇਨ ਤੇ ਮਾਈਕਲ ਨੂੰ ਸਮੁੰਦਰ ਤੱਟ ਤੇ ਇੱਕ ਸੁਰੱਖਿਅਤ ਥਾਂ ਤੇ ਲੈ ਆਈ। ਟਾਪੂ ਤੇ ਰਹਿਣ ਵਾਲੇ ਇੱਕ ਗਵਾਚੇ ਹੋਏ ਮੁੰਡੇ ਨੇ ਵੈਂਡੀ ਨੂੰ ਦੂਰ ਤੋਂ ਵੇਖਿਆ। ਉਸ ਵੇਲੇ ਪੀਟਰ ਪੈਨ ਕੈਪਟਨ ਹੁੱਕ ਨਾਲ ਲੜ ਰਿਹਾ ਸੀ, ਪਰ ਅਚਾਨਕ ਉਹਦੀ ਬਾਂਹ ਖਾਣ ਵਾਲੇ ਮਗਰਮੱਛ ਨੂੰ ਸਾਹਮਣੇ ਵੇਖ ਕੇ ਡਰ ਦੇ ਮਾਰੇ ਹੁੱਕ ਭੱਜ ਗਿਆ। ਜਦੋਂ ਪੀਟਰ ਪੈਨ ਵਾਪਸ ਆ ਰਿਹਾ ਸੀ ਤਾਂ ਉਹਨੇ ਵੈਂਡੀ ਨੂੰ ਚੱਟਾਨ ਤੇ ਜ਼ਖਮੀ ਪਏ ਹੋਏ ਵੇਖਿਆ। ਇਹ ਵੇਖ ਕੇ ਉਹ ਬਹੁਤ ਪਰੇਸ਼ਾਨ ਹੋ ਗਿਆ। ਗਵਾਚੇ ਹੋਏ ਮੁੰਡਿਆਂ ਨੂੰ ਅਫਸੋਸ ਹੋ ਰਿਹਾ ਸੀ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਵੈਂਡੀ ਦੁਸ਼ਮਣ ਨਹੀਂ, ਸਗੋਂ ਪੀਟਰ ਦੀ ਦੋਸਤ ਹੈ। ਮੈਂ ਬੱਚਿਆਂ ਨੂੰ ਤੇਰੇ ਸਹਾਰੇ ਛੱਡਿਆ ਸੀ। ਟਿੰਕਰ ਬੈਲ ਨੂੰ ਵੀ ਬਹੁਤ ਦੁੱਖ ਹੋਇਆ। ਮੈਨੂੰ ਮਾਫ ਕਰ ਦੇ ਪੀਟਰ, ਦੁਬਾਰਾ ਏਦਾਂ ਕਦੇ ਨਹੀਂ ਹੋਵੇਗਾ, ਮੈਂ ਵਾਅਦਾ ਕਰਦੀ ਹਾਂ। ਗਵਾਚੇ ਹੋਏ ਬੱਚਿਆਂ ਨੇ ਵੈਂਡੀ ਤੇ ਉਹਦੇ ਭਰਾ ਦੇ ਲਈ ਇੱਕ ਸੋਹਣਾ ਜਿਹਾ ਘਰ ਬਣਾਇਆ। ਰਾਤ ਨੂੰ ਉਹ ਸਾਰੇ ਪੇੜਾਂ ਦੇ ਥੱਲੇ ਘਰ ਵਿੱਚ ਸੌਂਦੇ ਤੇ ਵੈਂਡੀ ਦੀ ਕਹਾਣੀਆਂ ਨੂੰ ਸੁਣਦੇ ਸੀ ਤੇ ਪੀਟਰ ਘਰ ਦੇ ਬਾਹਰ ਨਿਗਰਾਨੀ ਕਰਦਾ ਸੀ। ਇੱਕ ਦਿਨ ਜਦੋਂ ਉਹ ਚੱਟਾਨ ਤੇ ਆਰਾਮ ਕਰ ਰਹੇ ਸੀ ਤਾਂ ਉਹਨਾਂ ਨੇ ਸਮੁੰਦਰੀ ਡਾਕੂਆਂ ਨੂੰ ਆਉਂਦੇ ਹੋਏ ਵੇਖਿਆ। ਸਮੁੰਦਰੀ ਡਾਕੂਆਂ ਨੇ ਭਾਰਤੀ ਪ੍ਰਮੁੱਖ ਦੀ ਬੇਟੀ ਨੂੰ ਬੰਦਕ ਬਣਾ ਲਿਆ ਸੀ। ਪੀਟਰ ਪੈਨ ਤੇ ਮੁੰਡੇ ਪ੍ਰਮੁੱਖ ਦੀ ਬੇਟੀ ਨੂੰ ਬਚਾਉਣ ਵਾਸਤੇ ਗਏ। ਉਹਨਾਂ ਦੇ ਤੇ ਸਮੁੰਦਰੀ ਡਾਕੂਆਂ ਦੇ ਵਿਚਕਾਰ ਲੜਾਈ ਹੋਈ। ਆਖਰ ਵਿੱਚ ਉਹਨਾਂ ਨੇ ਬੇਟੀ ਨੂੰ ਬਚਾ ਲਿਆ ਤੇ ਉਸ ਨੂੰ ਪ੍ਰਮੁੱਖ ਦੇ ਕੋਲ ਲੈ ਗਏ। ਉਸ ਦਿਨ ਤੋਂ ਬਾਅਦ ਇੰਡੀਅਨਸ ਪੀਟਰ ਪੈਨ ਤੇ ਗਵਾਚੇ ਹੋਏ ਮੁੰਡਿਆਂ ਦੇ ਬਹੁਤ ਚੰਗੇ ਦੋਸਤ ਬਣ ਗਏ। ਇੰਨਾ ਹੀ ਨਹੀਂ, ਮੁੱਖ ਮੰਤਰੀ ਨੇ ਮੁੰਡਿਆਂ ਦੀ ਹਿਫਾਜ਼ਤ ਦੇ ਲਈ ਆਪਣੇ 2 ਵਧੀਆ ਬੰਦਿਆਂ ਨੂੰ ਪੀਟਰ ਪੈਨ ਦੇ ਨਾਲ ਰਹਿਣ ਦਾ ਹੁਕਮ ਦਿੱਤਾ। ਬੇਸ਼ੱਕ ਕੈਪਟਨ ਹੁੱਕ ਇਸ ਬਾਰੇ ਵਿੱਚ ਨਾਰਾਜ਼ ਸਨ। ਇੱਕ ਦਿਨ ਮੈਂ ਤੈਨੂੰ ਹਰਾਵਾਂਗਾ ਪੀਟਰ ਪੈਨ, ਤੇ ਤੂੰ ਮੇਰੇ ਤੋਂ ਬਚ ਨਹੀਂ ਸਕੇਗਾ। ਇੱਕ ਰਾਤ ਜਦੋਂ ਵੈਂਡੀ ਆਪਣੇ ਪਰਿਵਾਰ ਦੀ ਕਹਾਣੀ ਦੱਸ ਰਹੀ ਸੀ ਤਾਂ ਪੀਟਰ ਨੂੰ ਅਹਿਸਾਸ ਹੋਇਆ ਕਿ ਉਹ ਤੇ ਉਹਦੇ ਭਰਾ ਪਰਿਵਾਰ ਨੂੰ ਕਿੰਨਾ ਯਾਦ ਕਰ ਰਹੇ ਨੇ। ਇਸ ਕਰਕੇ ਉਹਨੇ ਕਿਹਾ ਕਿ ਜੇ ਉਹ ਚਾਹੁੰਦੇ ਨੇ ਤਾਂ ਵਾਪਸ ਜਾ ਸਕਦੇ ਨੇ, ਪਰ ਉਹ ਰਹਿਣਾ ਚਾਹੁੰਦੇ ਸੀ। ਜਦੋਂ ਲੰਮੇ ਸਫ਼ਰ ਦੇ ਲਈ ਪੈਕਿੰਗ ਕਰ ਰਹੇ ਸੀ ਤਾਂ ਸਮੁੰਦਰੀ ਡਾਕੂਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ।
ਭਾਰਤੀਆਂ ਦੇ ਲਈ ਜਾਲ ਫੈਲਾ ਕੇ ਉਹਨਾਂ ਨੂੰ ਪਕੜਨ ਤੋਂ ਬਾਅਦ ਸਮੁੰਦਰੀ ਡਾਕੂਆਂ ਨੇ ਮੁੰਡਿਆਂ ਨੂੰ ਫੜ ਲਿਆ। ਪੀਟਰ ਪੈਨ ਘਰ ਵਿੱਚ ਸੌਂ ਰਿਹਾ ਸੀ ਤੇ ਮੁੰਡਿਆਂ ਦੇ ਨਾਲ ਕੀ ਹੋਇਆ ਇਸ ਗੱਲ ਤੋਂ ਅਣਜਾਣ ਸੀ। ਕੈਪਟਨ ਹੁੱਕ ਨੇ ਉਹਨੂੰ ਸੌਂਦੇ ਹੋਏ ਵੇਖ ਲਿਆ ਸੀ, ਪਰ ਉਹ ਪੀਟਰ ਪੈਨ ਦੇ ਘਰ ਦਾ ਦਰਵਾਜ਼ਾ ਖੋਲ ਨਹੀਂ ਸਕੇ। ਫਿਰ ਵੀ ਉਹਨਾਂ ਨੇ ਆਪਣੇ ਨਾਲ ਲਿਆਇਆ ਹੋਇਆ ਜ਼ਹਿਰ ਦਰਵਾਜ਼ੇ ਦੇ ਥੱਲੇ ਦੀ ਬੋਤਲਾਂ ਵਿੱਚ ਭਰ ਦਿੱਤਾ, ਜਿਸ ਕਰਕੇ ਪੀਟਰ ਦੇਰ ਤੱਕ ਸੌਂਦਾ ਰਿਹਾ। ਪੀਟਰ ਪੈਨ ਪੂਰਾ ਦਿਨ ਸੁੱਤਾ ਰਿਹਾ ਤੇ ਜਦੋਂ ਉਹ ਉੱਠਿਆ ਟਿੰਕਰ ਬੈਲ ਅੰਦਰ ਆਈ। ਜੋ ਕੁਝ ਵੀ ਮੁੰਡਿਆਂ ਦੇ ਨਾਲ ਹੋਇਆ ਇਹ ਦੱਸਣ ਤੇ ਪੀਟਰ ਪੈਨ ਤੇ ਟਿੰਕਰ ਬੈਲ ਮੁੰਡਿਆਂ ਨੂੰ ਬਚਾਉਣ ਵਾਸਤੇ ਤੁਰ ਪਏ। ਜਦੋਂ ਸਮੁੰਦਰੀ ਡਾਕੂਆਂ ਦੇ ਮੁੱਖ ਆਫਿਸ ਹੈਪੀ ਰੌਕ ਤੇ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਪਹਿਰੇਦਾਰੀ ਤੇ ਕੋਈ ਸਮੁੰਦਰੀ ਡਾਕੂ ਨਹੀਂ ਸੀ। ਜਦੋਂ ਚੱਟਾਨ ਦੇ ਦੂਜੇ ਪਾਸੇ ਗਏ ਤਾਂ ਉੱਥੇ ਦਾ ਨਜ਼ਾਰਾ ਵੇਖ ਕੇ ਹੈਰਾਨ ਰਹਿ ਗਏ। ਵੈਂਡੀ, ਜੇਨ, ਮਾਈਕਲ ਤੇ ਗਵਾਚੇ ਹੋਏ ਮੁੰਡੇ ਸਾਰੇ ਖੰਭਿਆਂ ਨਾਲ ਬੰਨੇ ਹੋਏ ਸੀ ਤੇ ਕੈਪਟਨ ਹੁੱਕ ਹੱਥ ਵਿੱਚ ਜਲਦੀ ਹੋਈ ਮਸ਼ਾਲ ਫੜੀ ਖੜਾ ਸੀ। ਤੁਹਾਡੀ ਆਖਰੀ ਇੱਛਾ ਕੀ ਹੈ? ਵੈਂਡੀ, ਜੋ ਸਭ ਤੋਂ ਵੱਡੀ ਸੀ, ਉਹਨੇ ਬੋਲਣਾ ਸ਼ੁਰੂ ਕੀਤਾ। ਪਿਆਰੇ ਦੋਸਤੋ, ਮੇਰੇ ਆਖਰੀ ਸ਼ਬਦ ਉਹ ਹੋਣਗੇ ਜੋ ਤੁਹਾਡੀ ਮਾਂ ਨੇ ਦੱਸੇ ਹੋਣਗੇ। ਜੇ ਅੱਜ ਉਹ ਇੱਥੇ ਹੁੰਦੀ ਤਾਂ ਕਹਿੰਦੀ ਕਿ ਡਰਨ ਦੀ ਕੋਈ ਗੱਲ ਨਹੀਂ ਤੇ ਨਿਡਰਤਾ ਨਾਲ ਆਪਣੀ ਮੌਤ ਦਾ ਸਾਹਮਣਾ ਕਰੋ। ਹਿੰਮਤ ਵਾਲੇ ਬਣੋ, ਦਿਆਲੁਤਾ ਹਮੇਸ਼ਾ ਜਿੱਤਦੀ ਹੈ। ਵੈਂਡੀ ਦੇ ਬੋਲ ਸੁਣ ਕੇ ਕੈਪਟਨ ਹੁੱਕ ਨੂੰ ਬੜਾ ਗੁੱਸਾ ਆਇਆ। ਉਹ ਉਹਨੂੰ ਕਿਸ਼ਤੀ ਤੇ ਲੈ ਆਇਆ ਤੇ ਇੱਕ ਵੱਡੇ ਖੰਭੇ ਨਾਲ ਬੰਨ੍ਹ ਦਿੱਤਾ। ਇਸੇ ਵੇਲੇ ਪੀਟਰ ਪੈਨ ਤੇ ਟਿੰਕਰ ਬੈਲ ਮੁੰਡਿਆਂ ਨੂੰ ਬਚਾਉਣ ਵਾਸਤੇ ਉੱਥੇ ਆ ਪਹੁੰਚੇ। ਇਸੇ ਵੇਲੇ ਭਾਰਤੀ ਤੇ ਉਹਨਾਂ ਦੇ ਪ੍ਰਮੁੱਖ ਵੀ ਉੱਥੇ ਮਦਦ ਦੇ ਲਈ ਆ ਪਹੁੰਚੇ। ਇਸ ਨਾਲ ਪੀਟਰ ਪੈਨ ਬਹੁਤ ਖੁਸ਼ ਹੋਇਆ ਕਿਉਂਕਿ ਉਹਨਾਂ ਦੀ ਮਦਦ ਨਾਲ ਉਹਨਾਂ ਨੇ ਮੁੰਡਿਆਂ ਨੂੰ ਬਚਾ ਲਿਆ। ਹੁਣ ਵੈਂਡੀ ਨੂੰ ਛੁਡਾਉਣ ਦਾ ਸਮਾਂ ਸੀ। ਪੀਟਰ ਪੈਨ ਤੇ ਮੁੰਡੇ ਕੈਪਟਨ ਹੁੱਕ ਦੇ ਜਹਾਜ਼ ਤੇ ਪਹੁੰਚੇ, ਜਿੱਥੇ ਕੁਝ ਸਮੁੰਦਰੀ ਡਾਕੂ ਬਚੇ ਹੋਏ ਸੀ। ਤੇ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਹੁਣ ਉਹਨਾਂ ਦੀ ਸ਼ਾਮਤ ਆ ਗਈ ਹੈ, ਉਹ ਜਹਾਜ਼ ਤੋਂ ਕੁੱਦ ਗਏ। ਹੁੱਕ, ਛੁਪਣ ਦੇ ਲਈ ਕੋਈ ਥਾਂ ਨਹੀਂ ਹੈ, ਸਮਰਪਣ ਕਰ ਦੇ। ਪੀਟਰ ਪੈਨ ਤੇ ਮੁੰਡਿਆਂ ਨੇ ਕੈਪਟਨ ਹੁੱਕ ਵੱਲ ਵਧਣਾ ਸ਼ੁਰੂ ਕੀਤਾ ਤਾਂ ਜੋ ਪਿੱਛੇ ਵੱਲ ਚੱਲ ਸਕੇ। ਤੇ ਅਚਾਨਕ ਉਸਨੇ ਇੱਕ ਆਵਾਜ਼ ਸੁਣੀ, ਉਹ ਆਵਾਜ਼ ਜਿਸ ਦਾ ਉਹਨੂੰ ਸਭ ਤੋਂ ਜ਼ਿਆਦਾ ਡਰ ਸੀ। ਡਰ ਦੇ ਮਾਰੇ ਕੈਪਟਨ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਮਗਰਮੱਛ ਉਹਦਾ ਪਾਣੀ ਵਿੱਚ ਡਿੱਗਣ ਦਾ ਇੰਤਜ਼ਾਰ ਕਰ ਰਿਹਾ ਸੀ। ਬਚਾਓ! ਪਲਕ ਝਪਕਦੇ ਹੀ ਉਹ ਕਿਸ਼ਤੀ ਦੇ ਦੂਜੇ ਪਾਸੇ ਭੱਜਿਆ ਤੇ ਪਾਣੀ ਵਿੱਚ ਕੁੱਦ ਗਿਆ ਤੇ ਜਿੰਨਾ ਛੇਤੀ ਹੋ ਸਕਦਾ ਸੀ ਤੈਰਨ ਲੱਗਿਆ। ਪੀਟਰ ਤੇ ਮੁੰਡੇ ਹੱਸਣ ਲੱਗ ਪਏ। ਉਸ ਪਲ ਤੋਂ ਹੁੱਕ ਦਾ ਜਹਾਜ਼ ਮੁੰਡਿਆਂ ਦਾ ਸੀ ਤੇ ਉਹਨਾਂ ਦਾ ਕਪਤਾਨ ਪੀਟਰ ਪੈਨ ਸੀ। ਅਸੀਂ ਤੁਹਾਡੇ ਹੁਕਮ ਦੇ ਲਈ ਤਿਆਰ ਹਾਂ ਕੈਪਟਨ ਪੀਟਰ। ਚਲੋ ਚੱਲਦੇ ਹਾਂ। ਮੁੰਡਿਆਂ ਨੇ ਰੱਸੀਆਂ ਨੂੰ ਉਤਾਰ ਦਿੱਤਾ ਤੇ ਪਾਲੀਆਂ ਆਪਣੀ ਪੂਰੀ ਤਾਕਤ ਨਾਲ ਉੱਠੀਆਂ। ਟਿੰਕਰ ਬੈਲ, ਚਲੋ ਉੜਦੇ ਹਾਂ ਡਾਰਲਿੰਗ ਪਰਿਵਾਰ ਘਰ ਦੇ ਵੱਲ। ਬੱਚੇ ਸੁਣ ਕੇ ਬਹੁਤ ਖੁਸ਼ ਹੋਏ। ਵੈਂਡੀ, ਜੈਨ, ਮਾਈਕਲ ਆਪਣੇ ਮਾਪਿਓ ਦੇ ਕੋਲ ਜਾ ਰਹੇ ਸੀ, ਜਿਨ੍ਹਾਂ ਨੂੰ ਬਹੁਤ ਯਾਦ ਕਰ ਰਹੇ ਸੀ। ਜਦੋਂ ਟਿੰਕਰ ਬੈਲ ਨੇ ਪਰਾਂ ਤੋਂ ਧੂੜ ਝਟਕੀ ਤਾਂ ਅਚਾਨਕ ਜਹਾਜ਼ ਹਵਾਈ ਜਹਾਜ਼ ਬਣ ਗਿਆ ਤੇ ਆਕਾਸ਼ ਵਿੱਚ ਉੱਡਣ ਲੱਗਾ। ਵੈਂਡੀ ਘਰ ਜਾਣ ਦੇ ਲਈ ਤੇ ਉਹਨਾਂ ਨੂੰ ਪੀਟਰ ਪੈਨ, ਟਿੰਕਰ ਬੈਲ ਤੇ ਨੈਵਰਲੈਂਡ ਦੇ ਬਾਰੇ ਵਿੱਚ ਦੱਸਣ ਲਈ ਬੇਤਾਬ ਸੀ। ਉਸ ਦਿਨ ਤੋਂ ਨੈਵਰਲੈਂਡ ਉਹਨਾਂ ਦਾ ਦੂਜਾ ਘਰ ਸੀ ਤੇ ਪੀਟਰ ਪੈਨ ਉਹਨਾਂ ਦਾ ਸਭ ਤੋਂ ਚੰਗਾ ਦੋਸਤ। ਕਈ ਸਾਲ ਪਹਿਲਾਂ ਇੱਕ ਚੱਕੀ ਵਾਲਾ ਆਪਣੀ ਖੂਬਸੂਰਤ ਬੇਟੀ ਦੇ ਨਾਲ ਰਹਿੰਦਾ ਸੀ। ਚੱਕੀ ਵਾਲਾ ਹਮੇਸ਼ਾ ਅਮੀਰ ਹੋਣ ਦਾ ਸੁਪਨਾ ਵੇਖਦਾ ਸੀ। ਇਸੇ ਕਰਕੇ ਉਹ ਆਲੇ ਦੁਆਲੇ ਦੇ ਲੋਕਾਂ ਨੂੰ ਝੂਠ ਬੋਲਦਾ ਸੀ।
ਉਹਦੀਆਂ ਝੂਠੀਆਂ ਮਸ਼ਹੂਰ ਕਹਾਣੀਆਂ ਰਾਜਾ ਤੱਕ ਵੀ ਜਾ ਪਹੁੰਚੀਆਂ। ਰਾਜਾ ਨੇ ਉਹਨੂੰ ਮਹਿਲ ਵਿੱਚ ਬੁਲਾ ਕੇ ਸਬਕ ਸਿਖਾਉਣ ਦਾ ਫੈਸਲਾ ਕੀਤਾ, ਪਰ ਚੱਕੀ ਵਾਲੇ ਨੂੰ ਰਾਜਾ ਸਾਹਮਣੇ ਝੂਠ ਬੋਲਦੇ ਹੋਏ ਵੀ ਝਿਜਕ ਨਹੀਂ ਹੋਈ। ਮਹਾਰਾਜ, ਮੇਰੀ ਧੀ ਭੂਸੇ ਨੂੰ ਸੋਨੇ ਦੇ ਧਾਗੇ ਵਿੱਚ ਬਦਲ ਸਕਦੀ ਹੈ। ਰਾਜਾ ਨੂੰ ਉਹਦੇ ਤੇ ਯਕੀਨ ਨਹੀਂ ਹੋਇਆ। ਠੀਕ ਹੈ, ਜੇ ਇਹ ਗੱਲ ਹੈ ਤਾਂ ਉਸ ਨੂੰ ਕੱਲ ਇੱਥੇ ਲੈ ਕੇ ਆ, ਸਾਨੂੰ ਵਿਖਾ। ਜਦ ਚੱਕੀ ਵਾਲੇ ਨੇ ਇਹ ਗੱਲ ਆਪਣੀ ਧੀ ਨੂੰ ਦੱਸੀ ਤਾਂ ਉਹ ਗੁੱਸਾ ਹੋ ਗਈ। ਪਿਤਾ ਜੀ, ਤੁਸੀਂ ਫੇਰ ਤੋਂ ਝੂਠ ਬੋਲਿਆ, ਹੁਣ ਮੈਂ ਕੀ ਕਰਾਂ? ਉਸ ਦੇ ਪਿਤਾ ਬਹੁਤ ਸ਼ਰਮਿੰਦਾ ਸੀ। ਅਗਲੇ ਦਿਨ ਬੇਬਸ ਚੱਕੀ ਵਾਲਾ ਤੇ ਉਹਦੀ ਧੀ ਰਾਜਾ ਦੇ ਕੋਲ ਗਏ। ਰਾਜਾ ਉਹਦੀ ਧੀ ਨੂੰ ਇੱਕ ਕਮਰੇ ਵਿੱਚ ਲੈ ਗਿਆ। ਕਮਰੇ ਵਿੱਚ ਇੱਕ ਚਰਖਾ ਤੇ ਭੂਸੇ ਦੀ ਟੋਕਰੀ ਭਰੀ ਹੋਈ ਰੱਖੀ ਸੀ। ਸੂਰਜ ਉੱਗਣ ਤੱਕ ਸਾਰੇ ਭੂਸੇ ਨੂੰ ਸੋਨੇ ਵਿੱਚ ਬਦਲ ਦੇਈਂ। ਜੇ ਤੂੰ ਨਹੀਂ ਕਰ ਸਕੀ ਤਾਂ ਤੈਨੂੰ ਬਹੁਤ ਵੱਡੀ ਸਜ਼ਾ ਮਿਲੇਗੀ। ਰਾਜਾ ਨੇ ਚੱਕੀ ਵਾਲੇ ਨੂੰ ਬੰਦ ਕਰਕੇ ਰੱਖਿਆ ਤੇ ਬੇਟੀ ਦੇ ਲਈ 2 ਪਹਿਰੇਦਾਰ ਰੱਖੇ। ਬੇਟੀ ਨੇ ਭੂਸਾ ਤੇ ਫਿਰ ਚਰਖੇ ਦੇ ਵੱਲ ਵੇਖਿਆ ਤੇ ਰੋਣ ਲੱਗੀ। ਓ ਪਿਤਾ ਜੀ। ਅਚਾਨਕ ਕਮਰੇ ਵਿੱਚ ਰੌਸ਼ਨੀ ਨਜ਼ਰ ਆਈ। ਜਦੋਂ ਰੌਸ਼ਨੀ ਗਾਇਬ ਹੋਈ ਤਾਂ ਇੱਕ ਛੋਟਾ ਜਿਹਾ ਬਦਸ਼ਕਲਾ ਬੌਨਾ ਪ੍ਰਗਟ ਹੋਇਆ। ਬੇਟੀ ਨੇ ਹੈਰਾਨ ਹੋ ਕੇ ਬੌਨੇ ਵੱਲ ਵੇਖਿਆ। ਤੂੰ ਕਿਉਂ ਰੋ ਰਹੀ ਹੈ? ਰਾਜਾ ਚਾਹੁੰਦੇ ਨੇ ਕਿ ਮੈਂ ਇਸ ਭੂਸੇ ਨੂੰ ਸੋਨੇ ਵਿੱਚ ਬਦਲ ਦਿਆਂ, ਪਰ ਮੈਂ ਨਹੀਂ ਕਰ ਸਕਦੀ। ਮੈਂ ਤੇਰੇ ਲਈ ਕਰ ਸਕਦਾ, ਪਰ ਇਸ ਦੇ ਬਦਲੇ ਵਿੱਚ ਤੂੰ ਮੈਨੂੰ ਕੀ ਦੇ ਸਕਦੀ ਹੈ? ਬੇਟੀ ਨੇ ਆਪਣੇ ਗਲੇ ਦਾ ਹਾਰ ਬੌਨੇ ਨੂੰ ਦੇ ਦਿੱਤਾ। ਜਿਵੇਂ ਹੀ ਬੌਨੇ ਨੂੰ ਹਾਰ ਮਿਲਿਆ, ਉਹ ਚਰਖੇ ਦੇ ਸਾਹਮਣੇ ਬਹਿ ਗਿਆ ਤੇ ਭੂਸੇ ਨੂੰ ਘੁਮਾਉਣ ਲੱਗਾ। ਚੱਕਰ ਦੇ ਚਾਰੋਂ ਪਾਸੇ ਘੁੰਮਦੇ ਹੀ ਚਰਖਾ ਸੁਨਹਿਰੇ ਭੂਸੇ ਵਿੱਚ ਭਰਨ ਲੱਗਾ। ਥੋੜੇ ਹੀ ਚਿਰ ਵਿੱਚ ਬੌਨੇ ਨੇ ਸਾਰੇ ਭੂਸੇ ਨੂੰ ਸੋਨੇ ਵਿੱਚ ਬਦਲ ਦਿੱਤਾ ਅਤੇ ਜਿਵੇਂ ਉਹ ਪ੍ਰਗਟ ਹੋਇਆ ਸੀ ਉਵੇਂ ਹੀ ਗਾਇਬ ਹੋ ਗਿਆ। ਹੁਣ ਸਵੇਰ ਹੋ ਗਈ ਸੀ। ਰਾਜਾ ਕਮਰੇ ਵਿੱਚ ਦਾਖਲ ਹੋਇਆ ਤੇ ਉਸਨੇ ਸੋਨਾ ਵੇਖਿਆ ਤੇ ਹੈਰਾਨ ਰਹਿ ਗਿਆ। ਮੈਨੂੰ ਲੱਗਿਆ ਸੀ ਤੁਹਾਡੇ ਪਿਤਾ ਇੱਕ ਝੂਠੇ ਇਨਸਾਨ ਨੇ, ਪਰ ਉਹਨਾਂ ਨੇ ਤਾਂ ਮੈਨੂੰ ਹੈਰਾਨ ਕਰ ਦਿੱਤਾ। ਬੇਟੀ ਹੁਣ ਬਹੁਤ ਖੁਸ਼ ਸੀ, ਪਰ ਉੱਥੋਂ ਭੱਜਣਾ ਚਾਹੁੰਦੀ ਸੀ, ਪਰ ਰਾਜਾ ਹੋਰ ਭੂਸਾ ਲੈ ਆਇਆ। ਜੇ ਤੂੰ ਇੱਥੋਂ ਜਾਣਾ ਚਾਹੁੰਦੀ ਹੈ ਤਾਂ ਕੱਲ ਸਵੇਰ ਤੱਕ ਇਹ ਸਾਰੇ ਭੂਸੇ ਨੂੰ ਸੋਨੇ ਵਿੱਚ ਬਦਲ ਦੇਂ। ਬੇਟੀ ਦੁਬਾਰਾ ਰੋਣ ਲੱਗੀ ਅਤੇ ਬੌਨਾ ਦੁਬਾਰਾ ਪ੍ਰਗਟ ਹੋ ਗਿਆ। ਮੈਂ ਇਸ ਨੂੰ ਸੋਨੇ ਵਿੱਚ ਬਦਲ ਦਿਆਂਗਾ, ਪਰ ਇਸ ਦੇ ਬਦਲੇ ਤੂੰ ਮੈਨੂੰ ਕੀ ਦੇ ਸਕਦੀ ਹੈ? ਬੇਟੀ ਨੇ ਆਪਣੀ ਅੰਗੂਠੀ ਕੱਢੀ ਅਤੇ ਉਹਨੂੰ ਦੇ ਦਿੱਤੀ। ਮੈਂ ਤੁਹਾਨੂੰ ਆਪਣੀ ਬਹੁਤ ਕੀਮਤੀ ਅੰਗੂਠੀ ਦੇ ਸਕਦੀ ਹਾਂ, ਜੋ ਮੈਨੂੰ ਮੇਰੀ ਮਾਂ ਨੇ ਦਿੱਤੀ ਸੀ। ਬੌਨੇ ਨੂੰ ਅੰਗੂਠੀ ਮਿਲੀ ਤੇ ਉਹਨੇ ਚਰਖਾ ਚਲਾਉਣਾ ਸ਼ੁਰੂ ਕਰ ਦਿੱਤਾ। ਚੱਕਰ ਗੋਲ-ਗੋਲ ਘੁੰਮਦਾ ਗਿਆ ਤੇ ਸੋਨੇ ਨਾਲ ਭਰਦਾ ਗਿਆ। ਸਵੇਰ ਤੱਕ ਸਾਰਾ ਕੰਮ ਖਤਮ ਹੋ ਗਿਆ। ਟੋਕਰੀ ਸੋਨੇ ਨਾਲ ਭਰ ਗਈ ਸੀ। ਰਾਜਾ ਕਮਰੇ ਵਿੱਚ ਦਾਖਲ ਹੋਇਆ ਤੇ ਸੋਨਾ ਵੇਖ ਕੇ ਖੁਸ਼ ਹੋ ਗਿਆ। ਇਸ ਵਾਰ ਉਸਨੇ ਭੂਸੇ ਦਾ ਪੂਰਾ ਕਮਰਾ ਭਰ ਦਿੱਤਾ। ਜੇ ਤੂੰ ਇਹ ਸਾਰਾ ਭੂਸਾ ਸੋਨੇ ਵਿੱਚ ਬਦਲ ਦਿੱਤਾ ਤਾਂ ਮੈਂ ਪਿਓ ਤੇ ਧੀ ਨੂੰ ਮਾਫ ਕਰ ਦਿਆਂਗਾ ਤੇ ਫੇਰ ਮੈਂ ਤੈਨੂੰ ਆਪਣੀ ਰਾਣੀ ਬਣਾਵਾਂਗਾ। ਜਿਵੇਂ ਹੀ ਰਾਜਾ ਕਮਰੇ ਤੋਂ ਬਾਹਰ ਗਿਆ, ਬੌਨਾ ਫਿਰ ਤੋਂ ਪ੍ਰਗਟ ਹੋ ਗਿਆ, ਪਰ ਇਸ ਵਾਰ ਬੇਟੀ ਦੇ ਕੋਲ ਉਹਨੂੰ ਦੇਣ ਲਈ ਕੁਝ ਵੀ ਨਹੀਂ ਸੀ। ਬੌਨੇ ਨੇ ਕਿਹਾ ਕਿ ਰਾਜਾ ਨਾਲ ਵਿਆਹ ਹੋਣ ਦੇ ਬਾਅਦ ਆਪਣਾ ਪਹਿਲਾ ਬੱਚਾ ਤੂੰ ਮੈਨੂੰ ਦੇ ਦੇਂਗੀ। ਮੈਂ ਇਹ ਸਾਰਾ ਭੂਸਾ ਸੋਨੇ ਵਿੱਚ ਬਦਲ ਦਿਆਂਗਾ। ਬੇਬਸ ਧੀ ਨੇ ਉਹਦੀ ਇਹ ਸ਼ਰਤ ਮੰਨ ਲਈ। ਇਸ ਵਾਰ ਬੌਨੇ ਨੇ ਹੋਰ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਗੋਲ-ਗੋਲ ਕਤਾਈ ਚੱਕਰ ਦੇ ਰੂਪ ਵਿੱਚ ਚਰਖੇ ਨੇ ਸੋਨਾ ਭਰਨਾ ਸ਼ੁਰੂ ਕਰ ਦਿੱਤਾ। ਸਵੇਰ ਹੋ ਗਈ ਅਤੇ ਰਾਜਾ ਕਮਰੇ ਵਿੱਚ ਦਾਖਲ ਹੋਇਆ। ਉਹ ਸੋਨਾ ਵੇਖ ਕੇ ਬਹੁਤ ਖੁਸ਼ ਹੋਇਆ। ਰਾਜਾ ਨੇ ਧੀ ਦੇ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ। ਹੁਣ ਬੇਟੀ ਰਾਣੀ ਬਣ ਚੁੱਕੀ ਸੀ। ਕੁਝ ਚਿਰ ਬਾਅਦ ਰਾਣੀ ਨੇ ਬੱਚੇ ਨੂੰ ਜਨਮ ਦਿੱਤਾ। ਇੱਕ ਦਿਨ ਜਦ ਰਾਣੀ ਬੱਚੇ ਨੂੰ ਸੁਆ ਰਹੀ ਸੀ ਤਾਂ ਬੌਨਾ ਪ੍ਰਗਟ ਹੋਇਆ। ਤੂੰ ਮੇਰੇ ਨਾਲ ਵਾਅਦਾ ਕੀਤਾ ਸੀ, ਭੁੱਲ ਗਈ? ਨਹੀਂ, ਮੈਂ ਨਹੀਂ ਭੁੱਲੀ, ਪਰ ਕਿਰਪਾ ਕਰਕੇ ਮੇਰੇ ਬੱਚੇ ਨੂੰ ਮੇਰੇ ਤੋਂ ਦੂਰ ਨਾ ਕਰੋ।
ਬੌਨੇ ਨੂੰ ਉਸ ਤੇ ਦਇਆ ਆ ਗਈ। ਉਸਨੇ ਉਸਨੂੰ ਇੱਕ ਹੋਰ ਮੌਕਾ ਦਿੱਤਾ। ਜੇ 3 ਦਿਨਾਂ ਵਿੱਚ ਤੂੰ ਇਹ ਪਤਾ ਲਾ ਲਿਆ ਕਿ ਮੇਰਾ ਨਾਂ ਕੀ ਹੈ ਤਾਂ ਮੈਂ ਤੇਰੇ ਬੱਚੇ ਨੂੰ ਨਹੀਂ ਲੈ ਕੇ ਜਾਵਾਂਗਾ। ਜਿਵੇਂ ਹੀ ਬੌਨਾ ਗਾਇਬ ਹੋਇਆ, ਰਾਣੀ ਸੋਚਣ ਲੱਗੀ। ਉਹਨੇ ਪਹਿਰੇਦਾਰ ਨੂੰ ਬੁਲਾਇਆ ਅਤੇ ਦੇਸ਼ ਦੇ ਸਾਰੇ ਨਾਮਾਂ ਦੀ ਸੂਚੀ ਬਣਾਉਣ ਨੂੰ ਕਿਹਾ। ਪਹਿਰੇਦਾਰ ਨੇ ਸਵੇਰ ਤੱਕ ਪੇਪਰ ਤੇ ਸਾਰੇ ਨਾਮਾਂ ਦੀ ਸੂਚੀ ਤਿਆਰ ਕੀਤੀ ਤੇ ਰਾਣੀ ਨੂੰ ਦੇ ਦਿੱਤੀ। ਸਵੇਰੇ ਬੌਨਾ ਫਿਰ ਤੋਂ ਪ੍ਰਗਟ ਹੋਇਆ ਅਤੇ ਰਾਣੀ ਤੋਂ ਪੁੱਛਿਆ ਉਹਦਾ ਨਾਂ ਕੀ ਹੈ। ਰਾਣੀ ਨੇ ਕਾਗਜ਼ ਤੇ ਲਿਖੇ ਨਾਂ ਪੜ੍ਹਨੇ ਸ਼ੁਰੂ ਕਰ ਦਿੱਤੇ। ਤੂੰ ਡੇਵਿਡ ਹੈ? ਨਹੀਂ। ਰॉबर्ट? ਨਹੀਂ। ਟॉम? ਨਹੀਂ। ਪੀਟਰ? ਨਹੀਂ। ਰਾਣੀ ਨੇ ਸਾਰੇ ਨਾਂ ਪੜ੍ਹ ਲਏ, ਪਰ ਬੌਨੇ ਨੇ ਕਿਹਾ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਮੈਂ ਹੁਣ ਜਾ ਰਿਹਾ ਹਾਂ, ਪਰ ਕੱਲ ਜ਼ਰੂਰ ਆਵਾਂਗਾ। ਅਤੇ ਬੌਨਾ ਗਾਇਬ ਹੋ ਗਿਆ। ਰਾਣੀ ਨੇ ਪਹਿਰੇਦਾਰ ਨੂੰ ਬੁਲਾਇਆ ਅਤੇ ਇਸ ਵਾਰ ਉਸਨੇ ਪੜੋਸੀ ਰਾਜਾਂ ਦੇ ਨਾਮਾਂ ਦੀ ਸੂਚੀ ਬਣਾਉਣ ਨੂੰ ਕਿਹਾ। ਸਵੇਰ ਹੋਣ ਤੋਂ ਪਹਿਲੇ ਹੀ ਪਹਿਰੇਦਾਰ ਨੇ ਸਾਰੇ ਨਾਮਾਂ ਦੀ ਸੂਚੀ ਇੱਕ ਕਾਗਜ਼ ਤੇ ਰਾਣੀ ਨੂੰ ਦੇ ਦਿੱਤੀ। ਸਵੇਰ ਹੋਣ ਤੇ ਬੌਨਾ ਪ੍ਰਗਟ ਹੋਇਆ। ਤਾਂ ਕੀ ਤੂੰ ਮੇਰਾ ਨਾਂ ਲੱਭ ਲਿਆ? ਬਲਤਜ਼ਰ? ਨਹੀਂ। ਹੰਸ? ਨਹੀਂ। ਮੁਸਤਫਾ? ਨਹੀਂ। ਗੁਸਤਾਵ? ਉਹਨੇ ਚਾਹੇ ਜਿੰਨੇ ਵੀ ਨਾਂ ਲਏ, ਪਰ ਉਹਦਾ ਨਾਂ ਨਹੀਂ ਲੱਭ ਸਕੀ ਸੀ। ਕੱਲ ਆਖਰੀ ਦਿਨ ਹੈ, ਮੈਂ ਵਾਪਸ ਆਵਾਂਗਾ, ਪਰ ਇਹ ਆਖਰੀ ਮੌਕਾ ਹੋਵੇਗਾ। ਧਿਆਨ ਰੱਖੀ ਆ। ਬੌਨਾ ਇੱਕ ਵਾਰ ਫੇਰ ਤੋਂ ਗਾਇਬ ਹੋ ਗਿਆ। ਰਾਣੀ ਨੇ ਪਹਿਰੇਦਾਰ ਨੂੰ ਬੁਲਾਇਆ ਤੇ ਕਿਹਾ ਕਿ ਇਸ ਵਾਰ ਹੋਰ ਜ਼ਿਆਦਾ ਦੇਸ਼ਾਂ ਦੀ ਯਾਤਰਾ ਕਰੇ ਤਾਂ ਜੋ ਜ਼ਿਆਦਾ ਨਾਂ ਲੱਭ ਸਕੇ। ਸਵੇਰ ਹੁੰਦੇ ਹੀ ਪਹਿਰੇਦਾਰ ਰਾਣੀ ਦੇ ਕੋਲ ਗਿਆ ਤੇ ਰਾਤੀ ਉਸਨੇ ਜੋ ਵੇਖਿਆ ਸੀ ਉਹ ਦੱਸਣ ਲੱਗਾ। ਜਦੋਂ ਮੈਂ ਜੰਗਲ ਤੋਂ ਲੰਘ ਰਿਹਾ ਸੀ ਤਾਂ ਮੈਂ ਇੱਕ ਛੋਟਾ ਜਿਹਾ ਘਰ ਵੇਖਿਆ ਜਿੱਥੇ ਬੋਲਣ ਵਾਲੇ ਪੇੜ ਸੀ ਤੇ ਇੱਕ ਬੌਣਾ ਗਾਣਾ ਗਾਉਂਦੇ ਹੋਏ ਨੱਚ ਰਿਹਾ ਸੀ। ਹੁਣ ਬਣੇਗੀ ਮੇਰੀ ਧੀ, ਉਹ ਬਣੂਗੀ ਮੇਰੀ ਕਿਰਨ। ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ। ਮੇਰਾ ਨਾਂ ਰੰਪਲਸਟਿਲਸਕਿਨ। ਰਾਣੀ ਇਹ ਸੁਣ ਕੇ ਬਹੁਤ ਖੁਸ਼ ਹੋਈ। ਸਵੇਰ ਹੋਈ ਤੇ ਬੌਨਾ ਪ੍ਰਗਟ ਹੋਇਆ। ਜਦ ਉਸਨੇ ਰਾਣੀ ਨੂੰ ਪੁੱਛਿਆ ਕਿ ਉਸਦਾ ਨਾਂ ਕੀ ਹੈ, ਰਾਣੀ ਨੇ ਇੰਜ ਜਤਾਇਆ ਜਿਵੇਂ ਉਹਨੂੰ ਪਤਾ ਹੀ ਨਹੀਂ ਹੈ ਅਤੇ ਕੁਝ ਵੱਖਰੇ ਨਾਂ ਲਏ। ਆਪਣੀ ਗਰਦਨ ਹਿਲਾਉਂਦੇ ਹੋਏ ਬੌਨਾ ਨਾ ਬੋਲਦਾ ਰਿਹਾ। ਜਿਵੇਂ ਜਿਵੇਂ ਰਾਣੀ ਦੇ ਨਾਂ ਗਲਤ ਹੁੰਦੇ ਗਏ, ਉਹ ਖੁਸ਼ ਹੁੰਦਾ ਗਿਆ। ਆਖਰ ਵਿੱਚ ਰਾਣੀ ਨੇ ਉਸ ਦਾ ਨਾਂ ਲਿਆ। ਕੀ ਇਹ ਰੰਪਲਸਟਿਲਸਕਿਨ ਹੈ? ਪਰ ਇਹ ਤੈਨੂੰ ਕਿਵੇਂ ਪਤਾ ਚੱਲਿਆ? ਓਏ ਹੋ ਨਹੀਂ ਸਕਦਾ। ਤੈਨੂੰ ਜਾਦੂਗਰ ਨੇ ਦੱਸਿਆ ਹੋਵੇਗਾ। ਜਾਦੂਗਰ ਨੇ ਦੱਸਿਆ। ਹਾਂ ਬੌਨੇ ਨੇ ਆਪਣਾ ਪੈਰ ਜ਼ੋਰ ਨਾਲ ਜ਼ਮੀਨ ਤੇ ਪਟਕਿਆ। ਜ਼ਮੀਨ ਫਟ ਗਈ ਤੇ ਉਹਦਾ ਪੈਰ ਦਫਨ ਹੋ ਗਿਆ। ਅਤੇ ਜਿਵੇਂ ਹੀ ਉਹਨੇ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਉਹਨੇ ਆਪਣਾ ਦੂਜਾ ਪੈਰ ਪਟਕਿਆ। ਜ਼ਮੀਨ ਵਿੱਚ ਦਰਾਰ ਆ ਗਈ ਤੇ ਉਹ ਜ਼ਮੀਨ ਦੇ ਅੰਦਰ ਚਲਾ ਗਿਆ। ਆਖਰਕਾਰ ਰਾਣੀ ਨੂੰ ਲਾਲਚੀ ਬੌਨੇ ਤੋਂ ਛੁਟਕਾਰਾ ਮਿਲਿਆ। ਰਾਣੀ ਰਾਜਾ ਦੇ ਕੋਲ ਗਈ ਅਤੇ ਇਮਾਨਦਾਰੀ ਨਾਲ ਜੋ ਵੀ ਹੋਇਆ ਸੀ ਰਾਜਾ ਨੂੰ ਦੱਸਿਆ। ਰਾਜਾ ਨੂੰ ਰਾਣੀ ਦਾ ਪਛਤਾਵਾ ਵਿਖਿਆ ਅਤੇ ਉਸਨੇ ਰਾਣੀ ਨੂੰ ਮਾਫ ਕਰ ਦਿੱਤਾ। ਉਸਦਾ ਪਿਓ ਸੱਚਮੁੱਚ ਦੰਡ ਦੇ ਲਾਇਕ ਹੈ, ਇਹ ਸੋਚ ਕੇ ਰਾਜਾ ਨੇ ਉਸਨੂੰ ਰਾਜ ਤੋਂ ਦੂਰ ਭੇਜ ਕੇ ਸਜ਼ਾ ਦਿੱਤੀ। ਤੇ ਇਸ ਤਰ੍ਹਾਂ ਨਾਲ ਰਾਜਾ ਦੀ ਰਾਣੀ ਤੇ ਰਾਜਕੁਮਾਰ ਰਾਜ਼ੀ ਖੁਸ਼ੀ ਸਵਸਥ ਜੀਵਨ ਜੀਣ ਲੱਗੇ। ਕਈ ਸਾਲ ਪਹਿਲਾਂ
ਕਿਧਰੇ ਦੂਰ ਐਲਵਸ ਦੀ ਜ਼ਮੀਨ ਤੇ 3 ਐਲਵਸ ਰਿਹਾ ਕਰਦੇ ਸੀ। ਇਹ ਐਲਵਸ ਚੰਗੇ ਦਿਲ ਵਾਲੇ ਸੰਤ ਬਣਨ ਦੇ ਲਈ ਤਿਆਰ ਸੀ ਅਤੇ ਹੁਣ ਨਿਕਲੇ ਸੀ ਮਨੁੱਖਾਂ ਦੀ ਦੁਨੀਆ ਦੀ ਯਾਤਰਾ ਕਰਨ। ਸਾਡਾ ਫਰਜ਼ ਸਾਡਾ ਇੰਤਜ਼ਾਰ ਕਰ ਰਿਹਾ ਹੈ ਦੋਸਤੋ। ਮੈਂ ਬਹੁਤ ਉਤਸ਼ਾਹਿਤ ਹਾਂ। ਆਖਰਕਾਰ ਅਸੀਂ ਵੀ ਮਨੁੱਖਾਂ ਦੀ ਦੁਨੀਆ ਵੇਖਾਂਗੇ। ਮੈਂ ਚਾਹੁੰਦੀ ਹਾਂ ਕਿ ਹਰ ਇੱਕ ਇਨਸਾਨ ਬਹੁਤ ਖੁਸ਼ ਰਹੇ। ਜੇ ਅਸੀਂ ਮਨੁੱਖਾਂ ਦੀ ਮਦਦ ਕਰਦੇ ਹਾਂ ਅਤੇ ਉਹਨਾਂ ਨੂੰ ਖੁਸ਼ ਕਰਦੇ ਹਾਂ ਤਾਂ ਅਸੀਂ ਵੀ ਚੰਗੇ ਦਿਲ ਦੇ ਪਰੀ ਬਣਾਂਗੇ। ਇੱਕ ਪੁਰਾਣੇ ਘਰ ਵਿੱਚ ਇੱਕ ਬੁੱਢਾ ਆਦਮੀ ਤੇ ਉਸਦੀ ਘਰਵਾਲੀ ਰਹਿੰਦੇ ਸੀ। ਬੁੱਢੇ ਆਦਮੀ ਨੇ ਆਪਣੇ ਘਰ ਦੇ ਕਾਰਖਾਨੇ ਵਿੱਚ ਜੁੱਤੇ ਬਣਾ ਕੇ ਘਰ ਚਲਾਇਆ ਸੀ ਤੇ ਕਦੇ-ਕਦੇ ਉਹਨੇ ਪੁਰਾਣੇ ਜੁੱਤਿਆਂ ਦੀ ਮੁਰੰਮਤ ਵੀ ਕੀਤੀ ਸੀ। ਜੁੱਤੇ ਵਾਲਾ ਕਮਾਏ ਹੋਏ ਪੈਸਿਆਂ ਤੋਂ ਨਵੇਂ ਜੁੱਤੇ ਬਣਾਉਣ ਦੇ ਲਈ ਨਵਾਂ ਚਮੜਾ ਖਰੀਦ ਕੇ ਲਿਆਂਦਾ ਸੀ। ਇੱਕ ਦਿਨ ਉਹਨੇ ਆਪਣੇ ਕਮਾਏ ਹੋਏ ਪੈਸਿਆਂ ਤੋਂ ਚਮੜਾ ਖਰੀਦਿਆ ਤੇ ਉਹ ਲੈ ਕੇ ਘਰ ਆਇਆ। ਉਸਨੇ ਜੋ ਚਮੜਾ ਖਰੀਦਿਆ ਸੀ ਉਹ ਜੁੱਤੇ ਦੀ ਇੱਕ ਜੋੜੀ ਬਣਾਉਣ ਦੇ ਲਈ ਕਾਫੀ ਸੀ। ਉਸਨੇ ਟੇਬਲ ਤੇ ਚਮੜੇ ਦੇ ਟੁਕੜੇ ਨੂੰ ਛੱਡ ਕੇ ਕਮਰੇ ਨੂੰ ਬੰਦ ਕੀਤਾ ਅਤੇ ਆਪਣੇ ਸੌਣ ਵਾਲੇ ਕਮਰੇ ਵਿੱਚ ਚਲਾ ਗਿਆ। ਸਵੇਰੇ ਜਦੋਂ ਉਹ ਜਾਗਿਆ, ਆਪਣੇ ਬਿਸਤਰ ਤੇ ਬੈਠਾ ਉਹ ਆਲਸ ਭੰਨ ਰਿਹਾ ਸੀ ਤੇ ਉਸਨੇ ਜੁੱਤਿਆਂ ਦੇ ਡਿਜ਼ਾਈਨ ਦੇ ਬਾਰੇ ਸੋਚਿਆ ਜੋ ਉਹ ਬਣਾਉਣ ਵਾਲਾ ਸੀ। ਤੇ ਹਰ ਸਵੇਰ ਦੀ ਤਰ੍ਹਾਂ ਉਸਨੇ ਨਾਸ਼ਤਾ ਕੀਤਾ ਜੋ ਉਹਦੀ ਘਰਵਾਲੀ ਨੇ ਉਹਦੇ ਲਈ ਤਿਆਰ ਕੀਤਾ ਸੀ। ਭਗਵਾਨ ਨੇ ਤੇਰੀ ਬਹੁਤ-ਬਹੁਤ ਮਿਹਰਬਾਨੀ। ਮੈਨੂੰ ਹੁਣ ਕੰਮ ਤੇ ਜਾਣਾ ਚਾਹੀਦਾ ਹੈ। ਅੱਜ ਮੈਂ ਜੁੱਤੀਆਂ ਦੀ ਇੱਕ ਬਹੁਤ ਵਧੀਆ ਜੋੜੀ ਬਣਾਵਾਂਗਾ। ਕੱਲ ਰਾਤੀ ਤੁਸੀਂ ਜੁੱਤੇ ਦੀ ਇੱਕ ਜੋੜੀ ਬਣਾਈ, ਕੀ ਤੁਹਾਡੇ ਕੋਲ ਇੱਕ ਹੋਰ ਜੋੜੀ ਬਣਾਉਣ ਦੇ ਲਈ ਕਾਫੀ ਚਮੜਾ ਹੈਗਾ? ਬੁੱਢਾ ਆਦਮੀ ਹੈਰਾਨ ਰਹਿ ਗਿਆ ਕਿਉਂਕਿ ਉਹ ਜਾਣਦਾ ਸੀ ਕਿ ਉਸਨੇ ਕੱਲ ਰਾਤ ਸੌਣ ਤੋਂ ਪਹਿਲਾਂ ਕੋਈ ਜੁੱਤਾ ਨਹੀਂ ਬਣਾਇਆ ਸੀ। ਇਸ ਕਰਕੇ ਉਹ ਕਾਹਲੀ ਆਪਣੇ ਕਾਰਖਾਨੇ ਵੱਲ ਭੱਜਿਆ ਗਿਆ ਤੇ ਉਹਦੀ ਘਰਵਾਲੀ ਵੀ ਉਹਦੇ ਪਿੱਛੇ ਭੱਜੀ ਗਈ। ਜਿਵੇਂ ਹੀ ਉਹਨੇ ਦਰਵਾਜ਼ਾ ਖੋਲ੍ਹਿਆ, ਉਹ ਕੀ ਵੇਖਦਾ? ਚਮੜੇ ਦਾ ਟੁਕੜਾ ਜੋ ਉਹਨੇ ਰਾਤੀ ਸੌਣ ਤੋਂ ਪਹਿਲਾਂ ਟੇਬਲ ਤੇ ਛੱਡ ਦਿੱਤਾ ਸੀ, ਉਹ ਹੁਣ ਬਹੁਤ ਸੋਹਣੇ ਜੁੱਤਿਆਂ ਵਿੱਚ ਬਦਲ ਗਿਆ ਸੀ। ਜੁੱਤੇ ਵਾਲੇ ਦੀਆਂ ਅੱਖਾਂ ਇਹ ਵੇਖ ਕੇ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਮੈਂ ਜੁੱਤੇ ਕਦੋਂ ਬਣਾਏ ਮੈਨੂੰ ਯਾਦ ਨਹੀਂ ਆ ਰਿਹਾ। ਮੈਨੂੰ ਲੱਗਦਾ ਮੈਂ ਸੱਚਮੁੱਚ ਬੁੜਾ ਹੋ ਗਿਆ। ਜੁੱਤੇ ਇੰਨੇ ਸੋਹਣੇ ਸੀ ਕਿ ਜੁੱਤੇ ਵਾਲੇ ਨੇ ਉਹਨਾਂ ਨੂੰ ਉਸੇ ਵੇਲੇ ਖਿੜਕੀ ਦੇ ਸਾਹਮਣੇ ਰੱਖਿਆ ਤੇ ਗਾਹਕ ਦਾ ਇੰਤਜ਼ਾਰ ਕਰਨ ਲੱਗਾ। ਕੁਝ ਹੀ ਵੇਲੇ ਵਿੱਚ ਇੱਕ ਅਮੀਰ ਜਿਹਾ ਵਿਖਣ ਵਾਲਾ ਗਾਹਕ ਖਿੜਕੀ ਤੇ ਜੁੱਤਿਆਂ ਨੂੰ ਵੇਖ ਕੇ ਅੰਦਰ ਆ ਗਿਆ। ਤੁਹਾਡਾ ਦਿਨ ਸ਼ੁਭ ਹੋਵੇ। ਮੈਂ ਬਾਰੀ ਦੇ ਸਾਹਮਣੇ ਰੱਖੀ ਜੁੱਤੀਆਂ ਨੂੰ ਖਰੀਦਣਾ ਚਾਹੁੰਦਾ ਹਾਂ। ਉਹਦੀ ਕੀਮਤ ਭਾਵੇਂ ਕਿੰਨੀ ਵੀ ਹੋਵੇ। ਮੈਂ ਅੱਜ ਤੱਕ ਏਦਾਂ ਦੀਆਂ ਜੁੱਤੀਆਂ ਕਦੇ ਨਹੀਂ ਵੇਖੀਆਂ। ਬੁੱਢੇ ਆਦਮੀ ਨੇ ਖੁਸ਼ੀ-ਖੁਸ਼ੀ ਜੁੱਤਿਆਂ ਦੀ ਉਹ ਜੋੜੀ ਉਹਨੂੰ ਵੇਚ ਦਿੱਤੀ ਤੇ ਉਸਨੇ ਉਸ ਦੀ ਸਹੀ ਕੀਮਤ ਤੋਂ ਜ਼ਿਆਦਾ ਕੁਝ ਨਹੀਂ ਮੰਗਿਆ। ਇਸ ਵਾਰ ਜੁੱਤੇ ਵਾਲਾ ਜੁੱਤੇ ਦੀਆਂ 2 ਜੋੜੀਆਂ ਦੇ ਲਈ ਚਮੜਾ ਲੈਣ ਬਾਜ਼ਾਰ ਜਾ ਰਿਹਾ ਸੀ ਤੇ ਫਿਰ ਉਹਨੇ ਟੇਬਲ ਤੇ ਚਮੜਾ ਛੱਡ ਦਿੱਤਾ ਤੇ ਕਮਰੇ ਦੇ ਵਿੱਚ ਚਾਰੋਂ ਪਾਸੇ ਘੁੰਮ ਆਇਆ। ਚਮੜੇ ਦੇ ਟੁਕੜੇ ਤੇ ਇੱਕ ਨਜ਼ਰ ਪਾਈ ਤੇ ਬਿਸਤਰ ਵੱਲ ਸੌਣ ਚਲਾ ਗਿਆ। ਸਵੇਰੇ ਜਿਵੇਂ ਹੀ ਉਹ ਜਾਗਿਆ, ਉਹ ਸਿੱਧੇ ਆਪਣੇ ਕਾਰਖਾਨੇ ਵਿੱਚ ਗਿਆ। ਇਸ ਵਾਰ 2 ਜੁੱਤੇ ਦੀਆਂ ਜੋੜੀਆਂ ਟੇਬਲ ਤੇ ਸਜੀਆਂ ਸੀ। ਜੁੱਤੇ ਵਾਲਾ ਇਹ ਵੇਖ ਕੇ ਹੁਣ ਇੱਕ ਵਾਰ ਫੇਰ ਖੁਸ਼ ਹੋ ਗਿਆ। ਉਸਨੇ ਜੁੱਤਿਆਂ ਨੂੰ ਖਿੜਕੀ ਦੇ ਸਾਹਮਣੇ ਰੱਖਿਆ ਤੇ ਉਸੇ ਦਿਨ ਉਸਨੇ ਜੁੱਤੇ ਦੇ ਦੋਨੋਂ ਜੋੜੇ ਬਹੁਤ ਚੰਗੀ ਕੀਮਤ ਵਿੱਚ ਵੇਚ ਦਿੱਤੇ ਤੇ ਉਹ ਫੇਰ ਤੋਂ ਚਮੜਾ ਲੈਣ ਦੇ ਲਈ ਬਾਜ਼ਾਰ ਵੱਲ ਚੱਲ ਪਿਆ। ਮਨ ਹੀ ਮਨ ਉਹ ਸੋਚ ਰਿਹਾ ਸੀ ਕਿ ਜੁੱਤਿਆਂ ਦੀਆਂ ਇੰਨੀਆਂ ਸੋਹਣੀਆਂ ਜੋੜੀਆਂ ਕੌਣ ਬਣਾ ਰਿਹਾ। ਉਸਨੇ ਚਮੜੇ ਨੂੰ ਮੇਜ਼ ਤੇ ਰੱਖਿਆ ਤੇ ਆਪਣੇ ਕਮਰੇ ਵੱਲ ਚਲਾ ਗਿਆ। ਸਵੇਰੇ ਉਹਦੀ ਮੇਜ਼ ਤੇ ਜੁੱਤਿਆਂ ਦਾ ਢੇਰ ਲੱਗਿਆ ਸੀ। ਜੁੱਤੇ ਵਾਲੇ ਨੇ ਉਸ ਦਿਨ ਉਹ ਸਾਰੀਆਂ ਜੋੜੀਆਂ ਵੇਚ ਦਿੱਤੀਆਂ। ਬਹੁਤ ਲੰਮੇ ਸਮੇਂ ਤੋਂ ਬੁੱਢਾ ਆਦਮੀ ਜੁੱਤਿਆਂ ਤੋਂ ਬਣੇ ਪੈਸਿਆਂ ਨਾਲ ਘਰ ਚਲਾ ਰਿਹਾ ਸੀ। ਕਮਾਏ ਹੋਏ ਕੁਝ ਪੈਸਿਆਂ ਨਾਲ ਉਸਨੇ ਚਮੜਾ ਖਰੀਦਣਾ ਜਾਰੀ ਰੱਖਿਆ, ਪਰ ਜੁੱਤੇ ਵਾਲਾ ਜਾਣਨ ਦੇ ਲਈ ਬੇਚੈਨ ਸੀ ਕਿ ਜੁੱਤਿਆਂ ਦੀਆਂ ਇੰਨੀਆਂ ਸੋਹਣੀਆਂ ਜੋੜੀਆਂ ਕੌਣ ਤੇ ਕਿਵੇਂ ਬਣਾ ਰਿਹਾ। ਆਖਰ ਇੱਕ ਰਾਤ ਉਹਨੇ ਆਪਣੇ ਕਾਰਖਾਨੇ ਦੀ ਕੋਠੜੀ ਵਿੱਚ ਲੁਕਣ ਦਾ ਫੈਸਲਾ ਕੀਤਾ ਤੇ ਪਤਾ ਲਾ ਹੀ ਲਿਆ ਕਿ ਜੁੱਤੇ ਕੌਣ ਬਣਾ ਰਿਹਾ। ਅੱਜ ਰਾਤ ਮੈਂ ਜੁੱਤੇ ਬਣਾਉਣ ਵਾਲਿਆਂ ਨੂੰ ਲੱਭ ਕੇ ਰਵਾਂਗਾ। ਅੱਧੀ ਰਾਤ ਨੂੰ ਕਾਰਖਾਨੇ ਦੀ ਖਿੜਕੀ ਖੁੱਲੀ ਤੇ ਐਲਵਸ ਦਾਖਲ ਹੋਏ। ਐਲਵਸ ਵਿੱਚੋਂ ਇੱਕ ਗਲਤੀ ਨਾਲ ਫੁੱਲਦਾਨ ਤੇ ਖੁੱਦ ਗਿਆ।
ਸ਼ੋਰ ਸੁਣਦੇ ਹੀ ਬੁੱਢਾ ਆਦਮੀ ਆਪਣੀ ਜਗ੍ਹਾ ਤੋਂ ਬਾਹਰ ਨਿਕਲ ਕੇ ਆਇਆ। ਜ਼ਰਾ ਧਿਆਨ ਨਾਲ, ਉਹ ਜਾਗ ਜਾਣਗੇ। ਜਦ ਬੁੱਢੇ ਆਦਮੀ ਨੇ ਦਰਵਾਜ਼ੇ ਨੂੰ ਧੱਕਾ ਦਿੱਤਾ ਤੇ ਚੁਪਕੇ ਨਾਲ ਬਾਹਰ ਆਇਆ ਤਾਂ ਉਹ ਆਪਣੀ ਅੱਖਾਂ ਤੇ ਯਕੀਨ ਨਹੀਂ ਕਰ ਸਕਿਆ। ਉਸਨੇ ਆਪਣੀ ਅੱਖਾਂ ਨੂੰ ਰਗੜਿਆ, ਫਿਰ ਤੋਂ ਵੇਖਿਆ ਅਤੇ ਉਸਨੇ ਵੇਖਿਆ ਕਿ ਮੇਜ਼ ਤੇ 3 ਐਲਵਸ ਸੀ। ਉਹ ਨੱਚ ਰਹੇ ਸੀ, ਉਹ ਇਕੱਠੇ ਕੰਮ ਕਰ ਰਹੇ ਸੀ। ਉਹਨਾਂ ਵਿੱਚੋਂ ਇੱਕ ਨੇ ਚਮੜਾ ਕੱਟਿਆ, ਇੱਕ ਸਿਲਾਈ ਕਰ ਰਿਹਾ ਸੀ ਤੇ ਦੂਜਾ ਉਹਨੂੰ ਚਿਪਕਾ ਰਿਹਾ ਸੀ। ਫਿਰ ਉਹਨਾਂ ਨੇ ਲੇਸ ਨੂੰ ਬੰਨ੍ਹਿਆ ਅਤੇ ਜੁੱਤਿਆਂ ਨੂੰ ਪਾਲਿਸ਼ ਕੀਤਾ। ਐਲਫਸ ਇੰਨੀ ਤੇਜ਼ੀ ਨਾਲ ਕੰਮ ਕਰ ਰਹੇ ਸੀ ਕਿ ਪਲਕ ਝਪਕਦੇ ਹੀ ਟੇਬਲ ਤੇ ਜੁੱਤਿਆਂ ਦੇ ਅਣਗਿਣਤ ਜੋੜੇ ਸੀ। ਉਹ ਸਾਰੇ ਸੋਹਣੇ ਨੇ। ਚਲੋ ਕਿਸੇ ਦੇ ਜਾਗਣ ਤੋਂ ਪਹਿਲਾਂ ਅਸੀਂ ਇੱਥੋਂ ਚੱਲੀਏ। ਜਿਵੇਂ ਉਹ ਆਏ ਸੀ ਉਵੇਂ ਹੀ ਐਲਫਸ ਚਲੇ ਗਏ, ਹੱਸਦੇ ਖੇਡਦੇ ਨੱਚਦੇ ਟੱਪਦੇ। ਜੁੱਤੇ ਵਾਲਾ ਆਪਣੀ ਲੁਕੀ ਹੋਈ ਜਗ੍ਹਾ ਤੋਂ ਬਾਹਰ ਆ ਗਿਆ। ਉਹ ਆਪਣੀ ਘਰ ਵਾਲੀ ਦੇ ਕੋਲ ਭੱਜਦੇ ਹੋਏ ਗਿਆ ਤੇ ਜੋ ਕੁਝ ਹੋਇਆ ਸੀ ਉਹਨੂੰ ਦੱਸਿਆ। ਤੇ ਜ਼ਾਹਰ ਹੈ ਉਹਦੀ ਘਰ ਵਾਲੀ ਨੇ ਜੋ ਸੁਣਿਆ ਉਹਨੂੰ ਉਹਦੇ ਤੇ ਯਕੀਨ ਨਹੀਂ ਹੋਇਆ। ਪਰ ਜਦ ਉਸਨੇ ਟੇਬਲ ਤੇ ਰੱਖੀਆਂ ਜੁੱਤਿਆਂ ਦੀਆਂ ਅਣਗਿਣਤ ਜੋੜੀਆਂ ਨੂੰ ਸੱਜੇ ਹੋਏ ਵੇਖਿਆ, ਉਹਨੂੰ ਪਤਾ ਸੀ ਕਿ ਉਹਦਾ ਘਰ ਵਾਲਾ ਇੱਕ ਰਾਤ ਵਿੱਚ ਇੰਨੇ ਜੁੱਤੇ ਨਹੀਂ ਬਣਾ ਸਕਦਾ। ਐਲਫਸ ਨੇ ਜੋ ਵੀ ਕੀਤਾ ਉਸ ਦੇ ਲਈ ਉਹਨਾਂ ਦਾ ਧੰਨਵਾਦ ਦੇਣ ਦੀ ਗੱਲ ਤੇ ਦੋਨੋਂ ਸਹਿਮਤ ਹੋਏ। ਅਗਲੇ ਦਿਨ ਪੁਰਾਣੇ ਜੁੱਤੇ ਵਾਲੇ ਦੀ ਘਰ ਵਾਲੀ ਨੇ ਦਾਵਤ ਤਿਆਰ ਕੀਤੀ। ਅੱਧੀ ਰਾਤ ਨੂੰ ਜਦ ਐਲਫਸ ਕਾਰਖਾਨੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਮੇਜ਼ ਤੇ ਦਾਵਤ ਵੇਖੀ। ਜ਼ਰਾ ਇਸ ਖਾਣੇ ਨੂੰ ਤਾਂ ਵੇਖੋ, ਕਿਤੇ ਸਾਡੇ ਲਈ ਤਾਂ ਨਹੀਂ ਤਿਆਰ ਕੀਤਾ ਹੈ। ਬੇਸ਼ੱਕ ਇਹ ਸਾਡੇ ਲਈ ਹੈ ਬੇਵਕੂਫ, ਨਹੀਂ ਤਾਂ ਉਹ ਇਸ ਵੇਲੇ ਕਿਉਂ ਲਿਆਣਗੇ? ਮੈਨੂੰ ਲੱਗਦਾ ਹੈ ਅਸੀਂ ਇਸ ਘਰ ਵਿੱਚ ਆਪਣਾ ਮਿਸ਼ਨ ਪੂਰਾ ਕਰ ਲਿਆ। ਹੁਣ ਅਸੀਂ ਉਹਨਾਂ ਬਾਕੀ ਘਰਾਂ ਵਿੱਚ ਜਾ ਸਕਦੇ ਹਾਂ ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ। ਜੁੱਤੇ ਵਾਲਾ ਤੇ ਉਹਦੀ ਘਰ ਵਾਲੀ ਜਾਗ ਗਈ ਤੇ ਕਾਰਖਾਨੇ ਵਿੱਚ ਗਏ। ਉੱਥੇ ਉਹਨਾਂ ਨੇ ਜੋ ਖਾਣਾ ਰੱਖਿਆ ਸੀ ਉਸ ਦੀ ਜਗ੍ਹਾ ਤੇ ਉਹਨਾਂ ਨੇ ਚਮਕਦਾਰ ਜੁੱਤਿਆਂ ਦਾ ਢੇਰ ਵੇਖਿਆ। ਉਸ ਦਿਨ ਦੇ ਬਾਅਦ ਐਲਫਸ ਕਦੇ ਵਾਪਸ ਨਹੀਂ ਆਏ। ਬੁੱਢੇ ਜੁੱਤੇ ਵਾਲੇ ਤੇ ਉਸ ਦੀ ਘਰ ਵਾਲੀ ਨੂੰ ਆਪਣਾ ਬਾਕੀ ਦਾ ਜੀਵਨ ਗੁਜ਼ਾਰਨ ਦੇ ਲਈ ਕਾਫੀ ਪੈਸੇ ਮਿਲ ਚੁੱਕੇ ਸਨ। ਜੁੱਤੇ ਵਾਲੇ ਨੇ ਸੋਚਿਆ ਕਿ ਇੰਨੇ ਸਾਲਾਂ ਦੀ ਮਿਹਨਤ ਦੇ ਬਾਅਦ ਉਹਨੂੰ ਇਹ ਇਨਾਮ ਮਿਲਿਆ ਹੈ। ਇਹੀ ਕਾਰਨ ਹੈ ਕਿ ਉਸਨੇ ਜੁੱਤੇ ਬਣਾਉਣਾ ਕਦੇ ਬੰਦ ਨਹੀਂ ਕੀਤਾ। ਤੇ ਜਦੋਂ ਵੀ ਉਹਨਾਂ ਨੇ ਛੋਟੇ ਐਲਵਸ ਦੇ ਬਾਰੇ ਵਿੱਚ ਸੋਚਿਆ, ਉਹਨਾਂ ਦਾ ਮਨ ਉਹਦੇ ਲਈ ਸ਼ਰਧਾ ਨਾਲ ਭਰ ਗਿਆ।